ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਆਨੰਦ ਭਇਆ ਮੇਰੀ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਤੀਜੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਆਨੰਦ ਸਾਹਿਬ ਜੀ ਦੀ ਕਥਾ ਵਿਚਾਰ ਅੱਜ ਪ੍ਰਾਰੰਭ ਹੋ ਰਹੀ ਹੈ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਆਨੰਦ ਸਾਹਿਬ ਨਾਮੇ ਗੁਰਬਾਣੀ ਉਚਾਰਨ ਕਰ ਰਹੇ ਹਨ। ਇਸ ਦੀ ਪਹਿਲੀ ਉਥਾਨਕਾ ਇਸ ਪ੍ਰਕਾਰ ਹੈ। ਜਿਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਸੰਗਤਾਂ ਨੂੰ ਜੀ ਦਾਨ ਬਖਸ਼ ਕੇ ਨਿਹਾਲ ਕਰ ਰਹੇ ਸਨ, ਤਾਂ ਉੱਥੇ ਇੱਕ ਲੰਮੀ ਉਮਰ ਵਾਲਾ ਜੋਗੀ ਸਤਿਗੁਰਾਂ ਦੀ ਮਹਿਮਾ ਸੁਣ ਕੇ ਸ੍ਰੀ ਗੋਇੰਦਵਾਲ ਸਾਹਿਬ ਆਇਆ ਅਤੇ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਨ ਲੱਗਾ ਕਿ ਹੇ ਸੱਚੇ ਪਾਤਸ਼ਾਹ ਜੀ, ਮੈਂ ਜੰਗਲਾਂ ਵਿੱਚ ਰਹਿ ਕੇ ਕਠਿਨ ਤੋਂ ਕਠਿਨ ਸਾਧਨ ਵੀ ਕੀਤੇ ਹਨ, ਪਰੰਤੂ ਮੈਨੂੰ ਆਨੰਦ ਪ੍ਰਾਪਤ ਨਹੀਂ ਹੋਇਆ ਅਤੇ ਨਾ ਹੀ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਬਖਸ਼ੋ, ਜਿਸ ਕਰਕੇ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਵੇ ਅਤੇ ਮੇਰਾ ਜੰਮਣ ਮਰਨਾ ਮਿਟ ਜਾਵੇ। ਤਦ ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਜੋਗੀ ਜਨ, ਤੈਨੂੰ ਸਿੱਖੀ ਬਖਸ਼ ਦਿੰਦੇ ਹਾਂ। ਸਿੱਖ ਬਣੇ ਤੋਂ ਤੇਰਾ ਜੰਮਣਾ ਮਰਨਾ ਮਿਟ ਜਾਵੇਗਾ, ਪਰੰਤੂ ਤੇਰਾ ਕੋਈ ਪ੍ਰਲਬਧ ਦੇ ਅਨੁਸਾਰ ਕਰਮ ਐਸਾ ਹੈ ਜਿਸ ਨੇ ਤੈਨੂੰ ਇੱਕ ਹੋਰ ਜਨਮ ਦੇਣਾ ਹੈ। ਉਹ ਜਨਮ ਜਿਸ ਵਕਤ ਤੇਰਾ ਹੋ ਜਾਏਗਾ, ਫਿਰ ਤੈਨੂੰ ਬ੍ਰਹਮ ਗਿਆਨ ਦੇ ਆਤਮਿਕ ਆਨੰਦ ਪ੍ਰਾਪਤ ਹੋ ਜਾਵੇਗਾ। ਇਸ ਜਨਮ ਵਿੱਚ ਤੈਨੂੰ ਨਾ ਹੀ ਬ੍ਰਹਮ ਗਿਆਨ ਅਤੇ ਨਾ ਹੀ ਆਤਮਿਕ ਆਨੰਦ ਪ੍ਰਾਪਤ ਹੋਵੇਗਾ।
ਇਸ ਲਈ ਹੇ ਜੋਗੀ, ਜਦ ਤੂੰ ਜਨਮ ਧਾਰ ਲਵੇਂਗਾ ਤਾਂ ਤੈਨੂੰ ਉਪਦੇਸ਼ ਦੇ ਕੇ ਸਿੱਖੀ ਬਖਸ਼ ਦੇਵਾਂਗੇ। ਫਿਰ ਜੋਗੀ ਨੇ ਕਿਹਾ ਕਿ ਦੂਸਰੇ ਜਨਮ ਵਿੱਚ ਤੁਹਾਡਾ ਮੇਲ ਕਿਵੇਂ ਹੋਵੇਗਾ? ਤਾਂ ਸਤਿਗੁਰਾਂ ਨੇ ਕਿਹਾ, ਜੋਗੀ ਜਨ ਤੂੰ ਚਿੰਤਾ ਨਾ ਕਰ, ਤੇਰਾ ਦੂਸਰਾ ਜਨਮ ਸਾਡੇ ਗ੍ਰਹਿ ਵਿੱਚ ਹੀ ਹੋਵੇਗਾ। ਉਹ ਜੋਗੀ ਸੰਕਲਪ ਸਿੱਧ ਸੀਗਾ। ਉਸ ਨੇ ਸੰਕਲਪ ਸਿੱਧੀ ਨਾਲ ਆਪਣਾ ਸਰੀਰ ਛੱਡ ਦਿੱਤਾ। ਇਉਂ ਜਿਸ ਵੇਲੇ ਸ਼ੁਭ ਆਸ਼ਣ ਅਨੁਸਾਰ ਗੁਰੂ ਜੀ ਦੇ ਪਰਿਵਾਰ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਆ ਕੇ ਜਨਮ ਧਾਰ ਲਿਆ, ਤਦ ਸਤਿਗੁਰੂ ਸਾਹਿਬ ਜੀ ਨੇ ਭਾਈ ਬੱਲੂ ਨਾਮੇ ਸੇਵਕ ਨੂੰ ਹੁਕਮ ਕੀਤਾ ਕਿ ਜੋ ਮੋਹਰੀ ਪੁੱਤ ਦੇ ਘਰ ਬੱਚਾ ਜਨਮਿਆ ਹੈ ਉਸ ਨੂੰ ਸਾਡੇ ਕੋਲ ਲੈ ਕੇ ਆਓ, ਕਿਉਂਕਿ ਉਹ ਬੱਚਾ ਗਿਆਨ ਆਨੰਦ ਦੀ ਇੱਛਾ ਧਾਰ ਕੇ ਸਾਡੇ ਘਰ ਵਿੱਚ ਜਨਮਿਆ ਹੈ। ਸਤਿਗੁਰਾਂ ਦੀ ਆਗਿਆ ਮੰਨ ਕੇ ਬੱਲੂ ਨਾਮੇ ਸੇਵਕ ਨੇ ਬਾਬੇ ਮੋਹਰੀ ਜੀ ਦੇ ਕੋਲ ਜਾ ਕੇ ਸਤਿਗੁਰਾਂ ਦਾ ਫਰਮਾਨ ਦੱਸਿਆ ਕਿ ਸਤਿਗੁਰਾਂ ਨੇ ਨਵਜੰਮੇ ਬਾਲਕ ਨੂੰ ਆਪਣੇ ਕੋਲ ਲਿਆਉਣ ਲਈ ਕਿਹਾ ਹੈ। ਤਦ ਬੱਚੇ ਨੂੰ ਇਸ਼ਨਾਨ ਕਰਵਾ ਕੇ ਸਤਿਗੁਰਾਂ ਦੇ ਕੋਲ ਬੱਚਾ ਲਿਆਂਦਾ ਗਿਆ। ਜਦ ਸਤਿਗੁਰਾਂ ਨੇ ਬੱਚੇ ਨੂੰ ਆਪਣੇ ਹੱਥਾਂ ਚੁੱਕ ਕੇ ਗੋਦ ਲਿਆ, ਤਦ ਸਾਰੇ ਪਰਿਵਾਰ ਵਿੱਚ ਪ੍ਰਸੰਨਤਾ ਹੋਈ। ਸਤਿਗੁਰੂ ਜੀ ਨੇ ਭਾਈ ਬੱਲੂ ਜੀ ਨੂੰ ਕਿਹਾ ਕਿ ਬਾਲਕ ਚੰਗਾ ਸੰਤ ਹੋਵੇਗਾ, ਇਹਦੇ ਹਿਰਦੇ ਵਿੱਚ ਬ੍ਰਹਮ ਗਿਆਨ ਆਨੰਦ ਦੀ ਇੱਛਾ ਹੈ, ਇਸ ਲਈ ਇਹਨੇ ਸਾਡੀ ਕੁਲ ਦੇ ਵਿੱਚ ਜਨਮ ਧਾਰ ਲਿਆ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਬੱਲੂ ਸੋਂ ਬੋਲੇ ਭਗਵੰਤ, ਇਹ ਅਵਤਰਿਓ ਵੱਡੋ ਸ਼ੁਭ ਸੰਤ, ਹ੍ਰਿਦਯ ਆਨੰਦ ਕੀ ਇੱਛਾ ਜਾਹੂ, ਲੀਨ ਜਨਮ ਹਮਰੇ ਕੁਲ ਮਾਹੂ। ਇਉਂ ਸਤਿਗੁਰਾਂ ਨੇ ਬੱਚੇ ਨੂੰ ਗੋਦ ਵਿੱਚ ਲੈ ਕੇ ਇਹ ਸ੍ਰੀ ਆਨੰਦ ਸਾਹਿਬ ਨਾਮੀ ਬਾਣੀ ਉਚਾਰਨ ਕੀਤੀ ਔਰ ਇਸ ਬਾਣੀ ਦਾ ਨਾਮ ਆਨੰਦ ਰੱਖਿਆ ਅਤੇ ਬਾਲਕੇ ਦਾ ਨਾਮ ਵੀ ਆਨੰਦ ਰੱਖਿਆ। ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਿਸ ਵਕਤ ਕੜਾ ਪ੍ਰਸ਼ਾਦ ਹਾਜ਼ੂਰੀ ਵਿੱਚ ਆ ਜਾਵੇ ਉਸ ਵੇਲੇ ਸਾਰੇ ਸਿੱਖਾਂ ਨੇ ਮਿਲ ਕੇ ਕੀਰਤਨ ਰੂਪ ਦੇ ਵਿੱਚ ਜਾਂ ਪਾਠ ਰੂਪ 'ਚ ਮਿਲ ਕੇ ਇਸ ਬਾਣੀ ਦਾ ਪਾਠ ਕਰਨਾ, ਤਾਂ ਸਾਨੂੰ ਪ੍ਰਸਾਦ ਅੰਗੀਕਾਰ ਹੋਵੇਗਾ। ਉਦੋਂ ਤੋਂ ਹੀ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਅਤੇ ਆਨੰਦ ਸਾਹਿਬ ਦਾ ਪਾਠ ਕਰਨ ਦੀ ਮਰਯਾਦਾ ਪ੍ਰਾਰੰਭ ਹੋਈ ਹੈ। ਇਹ ਤਾਂ ਹੈ ਮੁੱਖ ਪਹਿਲੀ ਉਥਾਨਕਾ। ਦੂਜੀ ਉਥਾਨਕਾ ਇੰਝ ਹੈ, ਇੱਕ ਦਿਨ ਗਣੇਸ਼ ਦੇ ਮਨ ਵਿੱਚ ਵਿਚਾਰ ਆਇਆ ਕਿ ਸਾਰੇ ਸਨਾਤਨ ਮਤ ਵਾਲੇ ਲੋਕ ਕਿਸੇ ਵੀ ਕੰਮ ਦੇ ਆਰੰਭ ਵੇਲੇ ਮੇਰਾ ਪੂਜਨ ਕਰਦੇ ਨੇ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਮੇਰਾ ਪੂਜਨ ਨਹੀਂ ਹੈ, ਇਸ ਲਈ ਮੇਰਾ ਪੂਜਨ ਉੱਥੇ ਵੀ ਹੋਣਾ ਚਾਹੀਦਾ। ਇਹ ਸੰਕਲਪ ਨੂੰ ਲੈ ਕੇ ਗਣੇਸ਼ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਤੀਜੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਸਨਮੁਖ ਬੈਠ ਗਿਆ। ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਡਾ ਕਿਸ ਤਰ੍ਹਾਂ ਆਉਣਾ ਹੋਇਆ? ਗਣੇਸ਼ ਨੇ ਕਿਹਾ ਕਿ ਸਨਾਤਨ ਮਤ ਵਾਲੇ ਲੋਕ ਮੇਰਾ ਪੂਜਨ ਕਰਦੇ ਨੇ, ਪਰ ਤੁਹਾਡੇ ਸਿੱਖ ਮੇਰਾ ਪੂਜਨ ਨਹੀਂ ਕਰਦੇ, ਮੇਰਾ ਇਹ ਸੰਕਲਪ ਆਪ ਜੀ ਪੂਰਾ ਕਰੋ। ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਗਣੇਸ਼, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਇੱਕ ਅਕਾਲ ਪੁਰਖ ਦਾ ਹੀ ਪੂਜਨ ਹੈ, ਇੱਕੋ ਦਾ ਹੀ ਸਿਮਰਨ ਹੈ, ਹੋਰ ਕਿਸੇ ਦੇਵੀ ਦੇਵਤੇ ਦਾ ਪੂਜਨ ਕਰਨ ਦਾ ਹੁਕਮ ਨਹੀਂ ਹੈ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਏ ਭਾਈ, ਜਲ ਮਹਿ ਬੂਢੇ ਤੇਹ। ਤਦ ਗਣੇਸ਼ ਨੇ ਕਿਹਾ, ਹੇ ਸੱਚੇ ਪਾਤਸ਼ਾਹ, ਮੈਂ ਤਾਂ ਆਸਾ ਧਾਰ ਕੇ ਆਇਆ, ਆਪ ਕਿਰਪਾ ਕਰਕੇ ਮੇਰੀ ਆਸਾ ਪੂਰੀ ਕਰੋ, ਇਸ ਤਰ੍ਹਾਂ ਮੇਰੀ ਅਧੋਗਤੀ ਰਹੇਗੀ। ਮੈਂ ਵੀ ਤੁਹਾਡੇ ਪਿਆਰੇ ਗੁਰਸਿੱਖਾਂ ਦੀ ਤੂੜੀ ਲੈਣਾ ਚਾਹੁੰਦਾ ਹਾਂ
ਅਤੇ ਤੁਹਾਡੀ ਪਿਆਰੀ ਸਿੱਖ ਸੰਗਤ ਦੇ ਨਾਲ ਮਿਲਾਪ ਕਰਨਾ ਚਾਹੁੰਦਾ ਹਾਂ। ਤਦ ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਤੇਰੇ ਮਨ ਵਿੱਚ ਇੱਛਾ ਹੈ ਤਾਂ ਤੂੰ ਸਾਡੇ ਘਰ ਵਿੱਚ ਆ ਕੇ ਜਨਮ ਲੈਣਾ ਕਰ, ਫਿਰ ਹੀ ਤੂੰ ਸਿੱਖ ਭਗਤਾਂ ਦੇ ਨਾਲ ਮੇਲ ਮਿਲਾਪ ਕਰ ਸਕਦਾ। ਇਉਂ ਗਣੇਸ਼ ਨੇ ਇਸ ਸੰਕਲਪ ਨੂੰ ਲੈ ਕੇ ਆਪਣਾ ਸਰੀਰ ਤਿਆਗ ਕੇ ਦੂਜੇ ਜਨਮ 'ਚ ਭਾਈ ਮੋਹਰੀ ਜੀ ਦੇ ਘਰ ਜਨਮ ਲੈਣਾ ਕੀਤਾ। ਤੀਸਰੀ ਉਥਾਨਕਾ ਇੰਝ ਹੈ ਕਿ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਜੀ, ਸਦਾ ਪਰਮੇਸ਼ਰ ਦਾ ਆਨੰਦ ਕਿਸ ਪ੍ਰਕਾਰ ਹੋ ਸਕਦਾ, ਇਹ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਚੌਥੀ ਉਥਾਨਕਾ ਇੰਝ ਹੈ ਕਿ ਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਹੈ ਸਤਿਗੁਰੂ ਜੀ, ਹਰੇਕ ਖੁਸ਼ੀ ਦੇ ਵਿੱਚ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ? ਤਾਂ ਸਤਿਗੁਰੂ ਜੀ ਨੇ ਸ੍ਰੀ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਲਈ ਬਚਨ ਕਹੇ। ਪੰਜਵੀਂ ਉਥਾਨਕਾ ਇਸ ਪ੍ਰਕਾਰ ਹੈ ਕਿ ਭਾਈ ਮੋਹਰੀ ਜੀ ਦੇ ਘਰ ਜਦ ਬਾਲਕ ਨੇ ਜਨਮ ਲਿਆ ਤਦ ਸੰਗਤਾਂ ਨੇ ਆ ਕੇ ਸਤਿਗੁਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ। ਸ੍ਰੀ ਗੁਰੂ ਅਮਰਦਾਸ ਜੀ ਖੁਸ਼ੀ ਗਮੀ ਵੇਲੇ ਆਨੰਦ ਸਾਹਿਬ ਬਾਣੀ ਪੜ੍ਹਨ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 6ਵੇਂ ਪਾਤਸ਼ਾਹ ਜੀ ਦੇ ਅਵਤਾਰ ਸਮੇਂ ਸਿੱਖ ਸੰਗਤਾਂ ਤੋਂ ਆਨੰਦ ਸਾਹਿਬ ਬਾਣੀ ਦਾ ਪਾਠ ਕੀਰਤਨ ਰੂਪ ਦੇ ਵਿੱਚ ਕਰਵਾਉਣਾ ਕੀਤਾ ਸੀ। ਗੁਰਬਾਣੀ ਸਖੀ ਆਨੰਦ ਗਾਵੇ। ਤਾਂ ਗੁਰੂ ਸਾਹਿਬ ਜੀ ਨੇ ਵੀ ਬਾਬੇ ਮੋਹਰੀ ਦੇ ਘਰ ਬੱਚੇ ਦੇ ਜਨਮ ਲੈਣ ਤੋਂ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਜਿਤਨੇ ਮਾਵਾਂ ਅਰਦਾਸਾਂ ਕਰਦੀਆਂ ਨੇ ਰੱਬ ਦੇ ਚਰਨਾਂ 'ਚ, ਇਉਂ ਰੱਬ ਦੀ ਬਾਣੀ ਮਹਾਰਾਜ ਨੇ ਆਨੰਦ ਸਾਹਿਬ ਉਚਾਰੀ 40 ਪੌੜੀਆਂ, ਅਤੇ ਭਾਈ ਬੱਲੂ ਨੂੰ ਲਿਖ ਕੇ ਦਿੱਤੀਆਂ, ਆਖਿਆ ਜਾ ਕੋਠੇ 'ਤੇ ਚੜ੍ਹ ਅਤੇ ਢੋਲ ਲੈ ਲਾ, ਅਤੇ ਢੋਲ ਦੇ ਡੱਗੇ ਨਾਲ ਉੱਚੀ ਆਨੰਦ ਸਾਹਿਬ ਦਾ ਕੀਰਤਨ ਲੋਕਾਂ, ਉਦੋਂ ਕਿਹੜਾ ਸਪੀਕਰ ਹੁੰਦੇ ਸੀ, ਵੀ ਸਾਰੇ ਸ਼ਹਿਰ ਨੂੰ ਸੁਣਾ ਕੀਰਤਨ ਆਨੰਦ ਸਾਹਿਬ ਦਾ, ਸਾਡੇ ਘਰ ਬੱਚੇ ਨੇ ਜਨਮ ਲਿਆ, ਇਉਂ ਪ੍ਰਭੂ ਦੇ ਧੰਨਵਾਦ ਹਿਤ ਮਨ ਨੇ ਆਨੰਦ ਸਾਹਿਬ ਉਚਾਰਿਆ ਹੈ। ਤੋ ਇਸ ਵਾਸਤੇ ਜਦ ਵੀ ਅਸੀਂ ਆਪਾਂ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਕਰਵਾਉਂਦੇ ਹਾਂ ਅਤੇ ਕੜਾਹ ਪ੍ਰਸ਼ਾਦ ਲਾਜ਼ਮੀ ਬਣਾਉਂਦੇ ਹਾਂ, ਅਤੇ ਕਈ ਪ੍ਰੇਮੀ ਸ੍ਰੀ ਸਹਿਜ ਪਾਠ ਰਖਵਾਉਂਦੇ ਨੇ, ਕਈ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਂਦੇ ਹਨ, ਕਈਆਂ ਕੋਲ ਜਗ੍ਹਾ ਦੀ ਕਮਤੀ ਹੁੰਦੀ ਹੈ ਜਾਂ ਸਮੇਂ ਦੀ ਮਜਬੂਰੀ ਹੁੰਦੀ ਹੈ, ਉਹ ਇਕੱਲਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਹੀ ਪਾਠ ਕਰਵਾ ਲੈਂਦੇ ਨੇ। ਉਸ ਵਕਤ ਵੀ ਸ੍ਰੀ ਆਨੰਦ ਸਾਹਿਬ ਜੀ ਦਾ ਸੰਪੂਰਨ 40 ਪੌੜੀਆਂ ਪਾਠ ਕਰਨ ਲਈ ਤੁਸੀਂ ਖੁਦ ਆਪ ਪਾਠੀ ਸਿੰਘਾਂ ਨੂੰ ਬੇਨਤੀ ਕਰਿਆ ਕਰੋ, ਕਿਉਂਕਿ ਆਮ ਵਾਜੇ 'ਤੇ ਜਦ ਕੀਰਤਨ ਹੁੰਦਾ ਹੈ ਤਾਂ ਅਸੀਂ 6 ਪੌੜੀਆਂ ਦਾ ਹੀ ਕੀਰਤਨ ਸਰਵਣ ਕਰਦੇ ਹਾਂ, ਉਹੀ ਸਾਡੇ ਮਨ ਵਿੱਚ ਵਸੀਆਂ ਹੋਈਆਂ ਨੇ। ਸ੍ਰੀ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਇੱਕ ਦਰਸ਼ਨ ਮਾਤਰ 6 ਪੌੜੀਆਂ ਹੀ ਦਰਜ ਹਨ। ਇਸ ਲਈ ਆਪਾਂ ਜਦ ਵੀ ਭੋਗ ਪਾਉਂਦੇ ਹਾਂ ਤਾਂ 6 ਪੌੜੀਆਂ ਪਾਠੀ ਸਿੰਘ ਵੀ ਪੜ੍ਹਦੇ ਨੇ। ਜੇ ਕੋਈ ਅੱਗੇ ਪੜ੍ਹਨ ਲੱਗ ਪਵੇ ਅਤੇ ਆਪਾਂ ਥਕਾਵਟ ਮਹਿਸੂਸ ਕਰਦੇ ਹਾਂ ਕਿ ਪਾਠੀ ਸਿੰਘ ਜਲਦੀ ਭੋਗ ਨਹੀਂ ਪਾ ਰਿਹਾ, ਇਹ ਤਾਂ ਵੱਡਾ ਆਨੰਦ ਸਾਹਿਬ ਛੋਹ ਕੇ ਬੈਠ ਗਿਆ, ਦਿੱਕਤ ਮੰਨਦੇ ਹਾਂ। ਇੰਝ ਨਹੀਂ ਹੋਣਾ ਚਾਹੀਦਾ। ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਹੋਵੇ, ਮਹਾਂਪੁਰਖਾਂ ਨੇ ਗੁਰਬਾਣੀ ਪਾਠ ਦਰਪਣ ਪੋਥੀ ਵਿੱਚ ਦਰਜ ਕੀਤਾ ਹੈ ਕਿ ਪ੍ਰਕਾਸ਼ ਵਕਤ ਸ੍ਰੀ ਗੁਰੂ ਜਪਜੀ ਸਾਹਿਬ ਦਾ ਪਾਠ ਵੀ ਹੋਣਾ ਲਾਜ਼ਮੀ ਹੈ। ਭਾਵੇਂ ਤੁਸੀਂ ਅਖੰਡ ਪਾਠ ਰਖਵਾਉਣਾ ਹੈ ਜਾਂ ਸਹਿਜ ਪਾਠ ਰਖਵਾਉਣਾ ਹੈ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ, ਪ੍ਰਕਾਸ਼ ਤਾਂ ਕੀਤਾ ਹੀ ਹੈ, ਪ੍ਰਕਾਸ਼ ਵਕਤ ਹੀ ਜਪਜੀ ਸਾਹਿਬ ਹੋਣਾ ਚਾਹੀਦਾ ਹੈ। ਪ੍ਰਕਾਸ਼ ਦਾ ਇਹ ਲਾਭ ਹੈ ਕਿ ਮਹਾਰਾਜ ਤੋਂ ਵੇਖ ਕੇ ਜਪਜੀ ਸਾਹਿਬ ਪੜ੍ਹਿਆ ਜਾਏ। ਅਤੇ ਕੜਾਹ ਪ੍ਰਸ਼ਾਦ ਦੀ ਪੱਕੀ ਹੀ ਮਰਜ਼ਾਦਾ ਹੈ ਕਿ ਜਿੱਥੇ ਪ੍ਰਸ਼ਾਦ ਨੂੰ ਭੋਗ ਲੱਗੇ, ਭੋਗ ਲੱਗਣ ਤੋਂ ਪਹਿਲਾਂ
ਸ੍ਰੀ ਆਨੰਦ ਸਾਹਿਬ 40 ਪੌੜੀਆਂ ਸੰਪੂਰਨ ਪੜ੍ਹੀਆਂ ਜਾਣ। ਜਦ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਕਰਦੇ ਨੇ, ਇੱਥੇ ਵੀ 10ਵੀਂ ਵਾਲੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ, ਤਾਂ ਉਸ ਵਕਤ 3 ਸ੍ਰੀ ਆਨੰਦ ਸਾਹਿਬ ਦੇ ਪਾਠ ਪੰਜ ਪਿਆਰੇ ਸਾਹਿਬਾਨ ਕਰਦੇ ਨੇ ਦੇਗ ਦੀ ਹਜ਼ੂਰੀ 'ਚ। ਇਹ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਦਾ ਕਾਰਜ ਕੋਈ ਸੰਪੂਰਨ ਨਾ ਹੁੰਦਾ ਹੋਵੇ ਤਾਂ ਹਜ਼ੂਰੀ 'ਚ ਪ੍ਰਸ਼ਾਦ ਲਿਆ ਕੇ ਠੰਡਾ ਕਰਕੇ ਅਤੇ ਮਰਿਆਦਾ ਨਾਲ ਬਣਿਆ ਹੋਏ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਫਿਰ ਹਜ਼ੂਰੀ 'ਚ ਪੂਰਾ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰੋ। ਜੇ ਕਠਿਨ ਕਾਰਜ ਹੈ ਤਾਂ 3 ਆਨੰਦ ਸਾਹਿਬ ਦੇ ਪਾਠ ਕਰਕੇ ਅਰਦਾਸ ਹੋਵੇ, ਕਾਰਜ ਸੰਪੂਰਨ ਹੋਏਗਾ। ਜੇ ਹੋਰ ਕੋਈ ਵਿਸ਼ੇਸ਼ ਕਾਰਜ ਹੈ, ਜਾਪਦਾ ਕਿ ਕਠਿਨ ਹੋਣ ਵਾਲਾ ਹੈ, ਤਾਂ ਮਹਾਂਪੁਰਖਾਂ ਨੇ ਸੰਪਟ ਲਾ ਕੇ ਆਨੰਦ ਸਾਹਿਬ ਕਰਨ ਬਾਬਤ ਲਿਖਿਆ ਹੈ। ਪਹਿਲਾ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ, ਫਿਰ ਵਾਹਿਗੁਰੂ, ਫਿਰ ਜਾਪ ਸਾਹਿਬ ਦਾ ਪਹਿਲਾ ਛੰਦ, ਚੱਕਰ ਚਿਹਨ ਅਰ ਬਰਨ ਜਾਤ, ਇਹ ਵਾਲਾ ਮੰਗਲ ਸਮੇਤ, ਫਿਰ 40 ਪੌੜੀਆਂ ਸੰਪੂਰਨ ਸ੍ਰੀ ਆਨੰਦ ਸਾਹਿਬ, ਫਿਰ ਮੁੰਦਾਮਣੀ ਮਹੱਲਾ ਪੰਜਵਾ, ਥਾਲ ਵਿੱਚ 3 ਵਸਤੂ ਪਈਓ, ਫਿਰ ਸ਼ਲੋਕ ਮਹੱਲਾ ਪੰਜਵਾਂ, ਤੀਰਾ ਕੀਤਾ ਜਾਤੋ ਨਾਹੀ, ਤਨ ਮਨ ਥੀਵੇ ਹਰਿਆ ਕਹਿ ਕੇ ਜਾਪ ਸਾਹਿਬ ਦਾ ਵਿਚਕਾਰਲਾ ਛੰਦ, ਚਾਚਰੀ ਛੰਦ ਗੋਬਿੰਦ ਦੇ ਮੁਕੰਦੇ ਉਦਾਰੇ ਉਪਾਰੇ ਵਾਲਾ, ਫਿਰ ਜਾਪ ਸਾਹਿਬ ਦਾ ਆਖਰੀ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਵਾਲਾ, ਫਿਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਕਹਿ ਕੇ ਸ਼ਲੋਕ ਪੜ੍ਹ ਕੇ ਸੰਪੂਰਨ ਫਤਿਹ ਬੁਲਾਈ ਜਾਏ। ਇੰਜ 3 ਵਾਰ ਰਿਪੀਟ ਕੀਤਾ ਜਾਏ ਤਾਂ ਕਠਿਨ ਤੋਂ ਕਠਿਨ ਕਾਰਜ ਵੀ ਸੰਪੂਰਨ ਹੁੰਦਾ ਹੈ। ਇਹ ਆਨੰਦ ਸਾਹਿਬ ਜੀ ਦਾ ਬਹੁਤ ਹੀ ਬੜਾ ਮਹਾਤਮ ਹੈ। ਇੱਕ ਸਿੱਖ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਜ਼ਿਕਰ ਆਇਆ ਕਿ ਕਲਗੀਧਰ ਜੀ ਦੇ ਚਰਨਾਂ ਵਿੱਚ ਆਇਆ, ਕਹਿੰਦਾ ਜੀ ਮੈਨੂੰ ਬਾਣੀ ਪੜ੍ਹਾਓ। ਸਤਿਗੁਰੂ ਨੇ ਸਿੱਖ ਨੂੰ ਗ੍ਰੰਥੀ ਸਿੰਘ ਕੋਲ ਭੇਜਿਆ। ਜਦ ਉਹਨੇ 4 ਬਾਣੀਆਂ ਪੜ੍ਹ ਲਈਆਂ ਅਤੇ 5ਵੀਂ ਬਾਣੀ ਆਨੰਦ ਸਾਹਿਬ ਲੱਗਾ ਪੜ੍ਹਨ, ਇੱਕੋ ਹੀ ਪੰਕਤੀ ਪੜ੍ਹੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਪੰਕਤੀ ਪੜ੍ਹਦਿਆਂ ਸਾਰੀ ਨੂੰ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਹੋ ਗਿਆ। ਫਿਰ ਉਹ ਸੰਥਿਆ ਕਰਨ ਤੋਂ ਹਟ ਗਿਆ। ਕਾਫੀ ਦਿਨਾਂ ਬਾਅਦ ਗ੍ਰੰਥੀ ਸਿੰਘ ਨੂੰ ਸਾਹਿਬਾਂ ਨੇ ਪੁੱਛਿਆ ਵੀ ਇੱਕ ਸਿੱਖ ਨੂੰ ਗ੍ਰੰਥੀ ਜੀ ਤੇਰੇ ਕੋਲ ਬਾਣੀ ਦੀ ਸੰਥਿਆ ਲਈ ਲਾਇਆ ਸੀ, ਉਹ ਆਉਂਦਾ ਜਾਂਦਾ ਕਿ ਨਹੀਂ? ਕਹਿੰਦਾ ਜੀ ਉਹ ਤਾਂ ਕਿੰਨਾ ਚਿਰ ਹੋਇਆ ਆਇਆ ਹੀ ਨਹੀਂ। ਪਾਤਸ਼ਾਹ ਨੇ ਬੁਲਾਇਆ ਕਿ ਸਿੱਖਾ ਤੂੰ ਬਾਣੀ ਕਿਉਂ ਨਹੀਂ ਸਿੱਖਦਾ ਹੈ? ਕਹਿੰਦਾ ਜੀ ਬਾਣੀ ਦਾ ਤਾਂ ਪੜ੍ਹੀ ਦੀ ਹੈ ਕਿ ਆਨੰਦ ਆਏ, ਮੈਨੂੰ ਤਾਂ ਇੱਕੋ ਪੰਕਤੀ ਪੜ੍ਹ ਕੇ ਆਨੰਦ ਆ ਗਿਆ, ਹੁਣ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ। ਮਹਾਰਾਜ ਕਹਿੰਦੇ ਇੰਝ ਨਹੀਂ ਹੁੰਦਾ। ਅਤੇ ਵੇਖੋ ਆਪਾਂ ਵੀ ਤਾਂ ਨਿਤਨੇਮ ਕਰਦੇ ਹੀ ਹਾਂ, ਨਿਤਨੇਮ ਤਾਂ ਕਰਨਾ ਜ਼ਰੂਰੀ ਹੈ। ਜੇ ਗੁਰਬਾਣੀ ਨੇ ਆਨੰਦ ਦੇ ਦਿੱਤਾ ਹੈ ਤਾਂ ਬਾਣੀ ਦਾ ਧੰਨਵਾਦ ਕਰਨ ਹਿਤ ਪਾਠ ਤਾਂ ਕਰੋ, ਤੂੰ ਸੰਥਿਆ ਕਰਿਆ ਕਰ ਅਤੇ ਨਿਤਨੇਮ ਲਾਜ਼ਮੀ ਕਰ। ਸਹਿਜ ਪਾਠ ਵੀ ਹੋਣਾ ਚਾਹੀਦਾ। ਜਿਸ ਬਾਣੀ ਨੇ ਆਨੰਦ ਦਿੱਤਾ ਉਸ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਅਤੇ ਇਸ ਲਈ ਜਦ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ ਅਤੇ ਆਗਿਆ ਕਰਦੇ ਨੇ ਕਿ 5 ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ, ਉਹਨਾਂ 5 ਬਾਣੀਆਂ ਦੇ ਵਿੱਚ 5ਵੇਂ ਨੰਬਰ ਦੀ ਬਾਣੀ ਆਨੰਦ ਸਾਹਿਬ ਹੈ। ਪਹਿਲੀ ਸ੍ਰੀ ਜਪਜੀ ਸਾਹਿਬ, ਕਹਿੰਦੇ ਜਿਸ ਦੇ ਪੜ੍ਹਨ ਤੋਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਦੂਜੀ ਬਾਣੀ ਸ੍ਰੀ ਜਾਪ ਸਾਹਿਬ, ਜਿਹਦੇ ਵਿੱਚ ਪਰਮਾਤਮਾ ਨੂੰ ਨਮਸਕਾਰਾਂ ਕੀਤੀਆਂ ਗਈਆਂ ਨੇ। ਤੀਸਰੀ ਬਾਣੀ ਸਵਈਏ, ਜਿਸ ਦੇ ਪੜ੍ਹਨ ਤੋਂ ਵੈਰਾਗ ਮਿਲਦਾ। ਚੌਥੀ ਬਾਣੀ ਚੌਪਈ ਸਾਹਿਬ, ਜੋ ਰੱਖਿਆ ਵਾਸਤੇ ਹੈ। 5ਵੀਂ ਬਾਣੀ ਕਹਿੰਦੇ ਆਨੰਦ ਸਾਹਿਬ, ਬ੍ਰਹਮਾਨੰਦ ਦੀ ਪ੍ਰਾਪਤੀ ਲਈ ਹੈ। ਤੋ ਇਸ ਦਾ ਏਡਾ ਵੱਡਾ ਮਹਾਤਮ ਹੈ। ਕੋਈ ਮਰ ਜਾਏ, ਕੋਈ ਜੰਮ ਪਏ, ਕਿਸੇ ਦਾ ਵਿਆਹ ਹੋਵੇ, ਜੋ ਮਰਜ਼ੀ ਹੋਏ, ਆਨੰਦ ਸਾਹਿਬ ਜ਼ਰੂਰੀ ਪੜ੍ਹਿਆ ਜਾਂਦਾ। ਤੁਸੀਂ ਵੇਖੋ ਕਿੱਡੀ ਵੱਡੀ ਗੱਲ ਹੈ। ਆਨੰਦ ਸਾਹਿਬ ਤੋਂ ਬਗੈਰ ਨਾ ਤਾਂ ਵਿਆਹ ਹੋ ਸਕਦਾ ਅਤੇ ਨਾ ਹੀ ਮਰਗ ਦਾ ਭੋਗ ਪੈ ਸਕਦਾ। ਕੋਈ ਨਹੀਂ ਕਹਿ ਸਕਦਾ ਵੀ ਬੰਦਾ ਤਾਂ ਚੜ੍ਹਾਈ ਕਰ ਗਿਆ, ਤੁਸੀਂ ਆਨੰਦ ਭਇਆ ਮੇਰੀ ਮਾਏ ਕਿਉਂ ਪੜ੍ਹ ਰਹੇ ਹੋ ਭਾਈ? ਬਿਲਕੁਲ ਨਹੀਂ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਖੁਸ਼ੀ ਗਮੀ ਇੱਕ ਸਮਾਨ ਹੈ। ਕਈ ਕਹਿੰਦੇ ਆਖੇ ਜੀ ਮਰਗ ਹੋ ਗਈ, ਕੀਰਤਨ ਨਹੀਂ ਕਰਨਾ।
ਵਾਜੇ ਨਹੀਂ ਵਜਾਉਣੇ, ਢੋਲਕੀ ਨਹੀਂ ਵਜਾਉਣੀ, ਕੀਰਤਨ ਖੁਸ਼ੀ 'ਚ ਕਰੀਦਾ। ਕੀਰਤਨ ਤਾਂ ਗੁਰਬਾਣੀ ਦਾ ਹੈ ਭਾਈ, ਉਹ ਤਾਂ ਮਨ ਨੂੰ ਧੀਰਜ ਦੇਣ ਵਾਲਾ ਹੈ। ਇਸ ਲਈ ਖੁਸ਼ੀ ਗਮੀ ਦੇ ਨਾਲ ਕੋਈ ਸੰਬੰਧ ਨਹੀਂ। ਹਾਂ, ਸ਼ਬਦ ਜਿਹੜੇ ਨੇ ਉਹ ਵੈਰਾਗਮਈ ਪੜ੍ਹੇ ਜਾਂਦੇ ਹਨ, ਗਮੀ ਵਿੱਚ, ਖੁਸ਼ੀ ਵਿੱਚ ਖੁਸ਼ੀ ਦੇ ਪੜ੍ਹੇ ਜਾਂਦੇ ਨੇ, ਪਰ ਕੀਰਤਨ ਦੀ ਮਨਾਹੀ ਤਾਂ ਨਹੀਂ ਹੈ। ਕੀਰਤਨ ਤਾਂ ਦੋਵੇਂ ਸਮੇਂ ਆਪਾਂ ਕਰ ਸਕਦੇ ਹਾਂ। ਆਨੰਦ ਸਾਹਿਬ ਤੇ ਪਾਠ ਤੋਂ ਬਗੈਰ ਤਾਂ ਪ੍ਰਸ਼ਾਦ ਨੂੰ ਭੋਗ ਲਵਾਈ ਦਾ ਹੀ ਨਹੀਂ। ਆਨੰਦ ਸਾਹਿਬ ਦਾ ਪਾਠ ਕਰਕੇ ਹੀ ਭੋਗ ਲਵਾਈ ਦਾ। ਅਤੇ ਜਦ ਵੀ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੈ 40 ਪੌੜੀਆਂ ਸੰਪੂਰਨ ਪ੍ਰਸ਼ਾਦ ਦੀ ਹਜ਼ੂਰੀ 'ਚ ਪੜ੍ਹ ਕੇ ਹੀ ਭੋਗ ਲਵਾਉਣਾ ਚਾਹੀਦਾ ਹੈ। ਅਤੇ ਬਾਕੀ ਅਸੀਂ ਆਪ ਦੀ ਮਰਜ਼ੀ ਜਿੰਨਾ ਮਰਜ਼ੀ ਕਰੀਏ ਭਾਵੇਂ ਨਾ ਕਰੀਏ। ਏਡਾ ਵੱਡਾ ਵਿਆਹ ਹੋਇਆ 100 ਜੱਬਾਂ ਦੇ ਨਾਲ, ਵਿਚੋਲਿਆਂ ਦੀਆਂ ਜੁੱਤੀਆਂ ਘਸ ਗਈਆਂ ਅਤੇ ਆਨੰਦ ਸਾਹਿਬ ਫਿਰ ਵੀ ਨਹੀਂ ਪੜ੍ਹਿਆ। ਹੈ ਕਾਰਜ ਆਨੰਦ ਕਾਰਜ ਅਤੇ ਆਨੰਦ ਸਾਹਿਬ ਫਿਰ ਵੀ ਨਹੀਂ ਪੜ੍ਹਦੇ। ਵੇਖ ਲਓ ਕਿੰਨੀ ਹੈਰਾਨੀ ਦੀ ਗੱਲ ਹੈ। ਕਾਰਜ ਆਨੰਦ ਕਾਰਜ ਹੈ, 40 ਪੌੜੀਆਂ ਉੱਥੇ ਵੀ ਨਹੀਂ ਪੜ੍ਹੀਆਂ ਜਾਂਦੀਆਂ, 6 ਪੌੜੀਆਂ ਪੜ੍ਹੋ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਨੰਦ ਕਾਰਜਾਂ ਦੀ ਤਾਂ 40 ਪੌੜੀਆਂ ਆਨੰਦ ਸਾਹਿਬ ਦਾ ਪਾਠ ਹੋਵੇ, ਭਾਵੇਂ ਗੁਪਤ ਰੂਪ ਦੇ ਵਿੱਚ ਹੋਵੇ, ਭਾਵ ਹੋਣਾ ਲਾਜ਼ਮੀ ਹੈ। ਇਸ ਵਾਸਤੇ ਪੂਰੀ ਬਾਣੀ ਪੜ੍ਹਾਂਗੇ ਸੰਪੂਰਨ ਫਲ ਮਿਲੇਗਾ, ਅਤੇ ਬਾਣੀ ਘੱਟ ਪੜ੍ਹਾਂਗੇ ਅਤੇ ਪਾਠ ਦਾ ਫਲ ਵੀ ਓਨਾ ਹੀ ਘੱਟ ਜਾਏਗਾ। ਹੁਣ ਜਪਜੀ ਸਾਹਿਬ ਦਾ ਪਾਠ ਜੇ 5 ਪੌੜੀਆਂ ਪੜ੍ਹਦੀਆਂ ਫਿਰ ਫਲ ਵੀ ਓਨਾ ਕੀ ਹੈ। ਜੇ ਸੰਪੂਰਨ ਕਰਾਂਗੇ ਤਾਂ ਫਲ ਵੀ ਵੱਧ ਹੈ। ਇਉਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਾਂਗੇ। ਰਹਿਰਾਸ ਤਾਂ ਕਿੱਡੀ ਵੱਡੀ ਹੁੰਦੀ ਅਤੇ ਸ਼ਾਮ ਨੂੰ ਕਰੀਦੀ ਹੈ। ਉਹ ਦਰਸ਼ਨ ਮਾਤਰ ਤਾਂ ਉਹਦੇ 6 ਪੌੜੀਆਂ ਲਿਖੀਆਂ ਹੋਈਆਂ, ਅਤੇ ਉਹ ਰਾਗੀਆਂ ਨੇ ਆਸਾ ਦੀ ਵਾਰ ਲਾਈ ਹੈ ਜੇ ਆਨੰਦ ਸਾਹਿਬ ਛੋਹ ਕੇ ਬਹਿ ਜਾਣ ਫਿਰ ਤਾਂ ਸਾਡੀ ਦਿਹਾੜੀ ਖਤਮ ਹੋ ਗਈ। ਅਤੇ ਇਸ ਵਾਸਤੇ ਉਹ ਵਾਜੇ ਦੇ ਕੀਰਤਨ ਵੀ ਕਾਫੀ ਲੰਬਾ ਸਮਾਂ ਲੈ ਜਾਂਦਾ, ਇਸ ਲਈ ਉਹ ਵੀ 6 ਪੌੜੀਆਂ ਪੜ੍ਹੇ। ਪਰ ਆਪਾਂ ਬਹਿ ਕੇ ਤਾਂ 40 ਪੌੜੀਆਂ ਪੜ੍ਹ ਸਕਦੇ ਹਾਂ, 10-15 ਮਿੰਟ ਲੱਗਦੇ ਨੇ ਵੱਧ ਤੋਂ ਵੱਧ। ਅਤੇ ਇਸ ਵਾਸਤੇ ਪ੍ਰਸ਼ਾਦ ਦੀ ਹਜ਼ੂਰੀ ਵਿੱਚ ਆਨੰਦ ਸਾਹਿਬ 40 ਪੌੜੀਆਂ ਲਾਜ਼ਮੀ ਕੰਪਲਸਰੀ ਹੈ। ਸੋ ਸਤਿਗੁਰੂ ਜੀ ਮਹਾਰਾਜ ਆਨੰਦ ਸਾਹਿਬ ਬ੍ਰਹਮ ਦੀ ਪ੍ਰਾਪਤੀ ਲਈ ਇਹ ਉਚਾਰਨ ਕਰ ਰਹੇ ਹਨ। ਮਨ ਸਮਝਾਵਣ ਕਾਰਨ ਕਛੁਕ ਬੜੀਆ ਗਿਆਨ। ਗੁਰਬਾਣੀ ਤੋਂ ਬਗੈਰ ਕਿੱਥੋਂ ਆਪਾਂ ਗਿਆਨ ਲੱਭਦੇ ਹਾਂ ਭਾਈ। ਮਨ ਨੂੰ ਸਮਝਾਉਣ ਖਾਤਰ ਕੁਝ ਨਾ ਕੁਝ ਸਾਨੂੰ ਗਿਆਨ ਪੜ੍ਹਨਾ ਚਾਹੀਦਾ। ਸੋ ਆਨੰਦ ਸਾਹਿਬ ਜੋ ਹੈ ਇਹ ਗਿਆਨ ਦਾ ਖਜ਼ਾਨਾ ਹੈ, ਆਨੰਦ ਦਾ ਖਜ਼ਾਨਾ ਹੈ। ਇਹ ਬਾਣੀ ਆਨੰਦ ਸਰੂਪ ਪਰਮੇਸ਼ਰ ਵਿੱਚ ਏਕਤਾ ਪਾਉਣ ਵਾਲੀ ਹੈ। ਆਨੰਦ ਅਨੰਦ ਦਵੈਤ ਤੋਂ ਰਹਿਤ, ਭਾਵ ਜਿਸ ਬਾਣੀ ਨੂੰ ਪੜ੍ਹ ਕੇ ਦਵੈਤ ਤੋਂ ਰਹਿਤ ਹੋ ਜਾਈਦਾ। ਆਨੰਦ ਇੱਕ ਛੰਦ ਦੀ ਚਾਲ ਦਾ ਵੀ ਨਾਮ ਹੈ। ਇਹ ਆਨੰਦ ਸਾਹਿਬ ਦੀ ਬਾਣੀ ਸਾਰੇ ਮੰਗਲਾਂ ਦੇ ਵਿੱਚ ਗਾਉਣੇ ਯੋਗ ਹੈ। ਤੀਜੇ ਪਾਤਸ਼ਾਹ ਇਹ ਆਨੰਦ ਸਾਹਿਬ ਬਾਣੀ ਰਚ ਕੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਓੰਕਾਰ ਉਹਨੂੰ ਸਹੀ ਕਰ ਲਾ ਯਾਰ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਨੰਦ ਪਿਆ ਮੇਰੀ ਮਾਏ। ਇਹ ਮੇਰੀ ਮਾਤਾ ਦੀ ਤਰ੍ਹਾਂ ਸੰਤ ਜਨੋ, ਜਿਹੜੀ ਵੱਡੀ ਭੈਣ ਹੁੰਦੀ ਹੈ ਉਹ ਮਾਂ ਦੀ ਤਰ੍ਹਾਂ ਹੀ ਹੁੰਦੀ ਹੈ। ਜਿਹੜਾ ਵੱਡਾ ਭਰਾ ਹੁੰਦਾ ਉਹ ਪਿਓ ਦੀ ਤਰ੍ਹਾਂ ਹੀ ਹੁੰਦਾ। ਲਛਮਣ ਨੂੰ ਉਹਦੀ ਮਾਂ ਨੇ ਆਖਿਆ ਸੀਗਾ ਵੀ ਪੁੱਤ ਰਾਮ ਨੂੰ ਆਪਦਾ ਭਰਾ ਨਹੀਂ ਸਮਝਣਾ, ਆਪਦਾ ਪਿਓ ਸਮਝਣਾ ਹੈ। ਸੀਤਾ ਨੂੰ ਆਪਦੀ ਭਰਜਾਈ ਨਹੀਂ ਸਮਝਣਾ, ਆਪਦੀ ਮਾਂ ਸਮਝਣਾ ਹੈ। ਉਹ ਜਿਹੜੇ ਵੱਡੇ ਹੁੰਦੇ ਨੇ ਉਹ ਮਾਂ ਪਿਓ ਦੀ ਤਰ੍ਹਾਂ ਸਤਿਕਾਰ ਦਿੰਦੇ ਨੇ। ਗੁਰੂ ਘਰ ਦੇ ਵਿੱਚ ਜਿਹੜੇ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਹਨ ਉਹਨਾਂ ਨੂੰ ਮਾਤਾ ਦੀ ਤਰ੍ਹਾਂ ਆਖਿਆ ਹੈ। ਇਹ ਸੰਤ ਜਨੋ ਤੁਸੀਂ ਮੇਰੇ ਮਾਂ ਪਿਓ ਦੀ ਤਰ੍ਹਾਂ ਹੋ। ਸੋ
ਤਦ ਤੋਂ ਮੇਰੀ ਬੁੱਧੀ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਦਾ ਉਤਸ਼ਾਹ ਹੋਇਆ ਹੈ। ਸਤਿਗੁਰੂ ਮੈਂ ਪਾਇਆ, ਜਦ ਤੋਂ ਮੈਂ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ ਸੱਚੇ ਗੁਰੂ ਦੇ ਦਰਸ਼ਨਾਂ ਨੂੰ ਪਾਇਆ ਹੈ, ਜਾਂ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਆਨੰਦ ਸਰੂਪ ਪਰਮੇਸ਼ਰ ਨੂੰ ਪਾਇਆ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਜਦ ਤੋਂ ਸੱਚੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪ੍ਰਭੂ ਪ੍ਰਾਪਤੀ ਵਾਲਾ ਉਪਦੇਸ਼ ਪਾਇਆ ਹੈ। ਇਸੇ ਪ੍ਰਕਾਰ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਜਦ ਤੋਂ ਸਤਿਗੁਰਾਂ ਨੂੰ ਪਾਉਣਾ ਕੀਤਾ ਤਾਂ ਸਹਿਜ ਸ਼ਾਂਤੀ ਦੇ ਸਹਿਤ ਹੋ ਗਏ, ਸਹਿਜ ਆਨੰਦ ਸਰੂਪ ਦੀ ਸਖਿਆਤਤਾ ਦੇ ਸਹਿਤ ਹੋ ਗਏ, ਜਾਂ ਸਰੂਪਾਨੰਦ ਦੇ ਸਹਿਤ ਹੋ ਗਏ। ਮਨ ਵੱਜੀਆਂ ਵਧਾਈਆਂ, ਅਤੇ ਮਨ ਹਿਰਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਵੱਜ ਆਈਆਂ। ਸੋ ਮਨ ਵਿੱਚ ਆਨੰਦ ਦੀਆਂ ਵਧਾਈਆਂ ਵੱਜ ਆਈਆਂ। ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ। ਤਾਂ ਉਸ ਵੇਲੇ ਇੱਕ ਭੋਲੇ ਜਿਹੇ ਸੁਭਾਅ ਵਾਲੇ ਸਿੱਖ ਨੇ ਕਿਹਾ ਕਿ ਹੇ ਸਤਿਗੁਰੂ ਜੀ, ਉਹ ਕਿਹੜਾ ਉਪਦੇਸ਼ ਹੈ ਜਿਸ ਨਾਲ ਸੰਸਾਰ ਸਮੁੰਦਰ ਤਰ ਜਾਈਦਾ ਹੈ? ਤਾਂ ਕਲਗੀਧਰ ਜੀ ਹੱਸ ਕੇ ਬੋਲੇ ਕਿ ਹੇ ਭਾਈ ਸਿੱਖਾ, ਵਾਹਿਗੁਰੂ ਮੰਤਰ ਜਹਾਜ਼ ਰੂਪ ਹੈ। ਜਿਹੜੇ ਸਿੱਖ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਕੇਵਲ ਇਸੇ ਜਹਾਜ਼ ਦੇ ਆਸਰੇ ਹੋਏ ਰਹਿੰਦੇ ਨੇ, ਰਾਗ ਦਵੈਖ ਨਹੀਂ ਰੱਖਦੇ, ਸੰਸਾਰ ਨੂੰ ਅਸਤ, ਬ੍ਰਹਮ ਨੂੰ ਸਤ, ਆਪਣੇ ਆਤਮਾ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਸਵਾਸ ਸਵਾਸ ਗੁਰ ਮੰਤਰ ਦਾ ਅਭਿਆਸ ਕਰਦੇ, ਧੰਮ ਦੀ ਕਿਰਤ ਕਰਕੇ ਛਕਦੇ ਨੇ ਅਤੇ ਗਊ ਗਰੀਬ ਦੀ ਪਾਲਣਾ ਕਰਦੇ ਨੇ, ਉਹ ਪਰਮ ਪਦ ਨੂੰ ਪ੍ਰਾਪਤ ਹੋ ਕੇ ਸੰਸਾਰ ਸਮੁੰਦਰ ਤੋਂ ਸਹਿਜੇ ਹੀ ਤਰ ਜਾਂਦੇ ਹਨ। ਅੱਗੋਂ ਸਿੱਖ ਨੇ ਆਖਿਆ ਕਿ ਹੇ ਸੱਚੇ ਪਾਤਸ਼ਾਹ, ਹੋਰ ਗਿਆਨ ਧਿਆਨ ਦਾ ਮੈਨੂੰ ਆਉਂਦਾ ਕੋਈ ਨਹੀਂ, ਪਰ ਸੰਸਾਰ ਦੇ ਪਦਾਰਥ ਅਤੇ ਵਿਸ਼ਿਆਂ ਦੇ ਸੁੱਖ ਚੰਗੇ ਨਹੀਂ ਲੱਗਦੇ। ਅੱਗੋਂ ਗੁਰੂ ਜੀ ਨੇ ਕਿਹਾ ਕਿ ਹੇ ਸਿੱਖਾ, ਤੂੰ ਧਨ ਹੈ ਜਿਹਨੂੰ ਸੰਸਾਰਕ ਸੁੱਖ ਨਹੀਂ ਪਾਉਂਦੇ, ਪਰ ਫਿਰ ਵੀ ਗੁਰਾਂ ਦੀ ਉਚਾਰਨ ਕੀਤੀ ਅਗੰਮੀ ਬਾਣੀ ਦਾ ਗਿਆਨ ਪੜ੍ਹਨਾ ਜ਼ਰੂਰੀ ਹੈ। ਗੁਰਬਾਣੀ ਦੇ ਪਦ ਅਤੇ ਪਦਾਂ ਦੇ ਅਰਥ ਦੇ ਬੋਧ ਵਾਸਤੇ ਗੁਰੂ ਕੀ ਬਾਣੀ ਅਤੇ ਬ੍ਰਹਮ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਨੇ ਉਹ ਸਿੱਖ ਨੂੰ ਸੰਥਿਆ ਕਰਾਉਣ ਵਾਲੇ ਗੁਰਸਿੱਖ ਕੋਲ ਗੁਰਬਾਣੀ ਦੀ ਸੰਥਿਆ ਪੜ੍ਹਨ ਲਈ ਭੇਜ ਦਿੱਤਾ। ਉਹ ਸਿੱਖ ਬਚਨ ਮੰਨ ਕੇ ਸੰਥਿਆ ਪੜ੍ਹਨ ਲੱਗ ਪਿਆ। ਸੰਥਿਆ ਕਰਦਾ ਹੋਇਆ ਜਦ ਆਨੰਦ ਸਾਹਿਬ ਦੇ ਪਾਠ 'ਤੇ ਆਇਆ ਤਾਂ ਉਹਨੇ ਤੁਕ ਪੜ੍ਹੀ ਸੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਤੁਕ ਪੜ੍ਹ ਕੇ ਉਹਨੇ ਅੱਗੇ ਬਾਣੀ ਨਾ ਪੜ੍ਹੀ ਅਤੇ ਹਰ ਵੇਲੇ ਇਹੀ ਤੁਕ ਹੀ ਪੜ੍ਹਦਾ ਰਿਹਾ ਕਰੇ। ਫਿਰ 6 ਮਹੀਨੇ ਬਾਅਦ ਸਤਿਗੁਰਾਂ ਨੇ ਗੁਰਸਮੁਖ ਉਹ ਸਿੱਖ ਨੂੰ ਬੁਲਾਇਆ, ਪੁੱਛਿਆ ਕਿ ਜਿਹੜਾ ਸਿੱਖ ਅਸੀਂ ਤੇਰੇ ਕੋਲ ਸੰਥਿਆ ਲਈ ਭੇਜਿਆ ਉਹਦੀ ਸੰਥਿਆ ਕਿੰਨੀ ਕੁ ਹੋ ਗਈ? ਅੱਗੋਂ ਗੁਰਸਿੱਖ ਨੇ ਕਿਹਾ ਸਤਿਗੁਰੂ ਜੀ, ਉਹ ਆਨੰਦ ਸਾਹਿਬ ਦੀ ਪਹਿਲੀ ਤੁਕ ਦੀ ਸੰਥਿਆ ਤੋਂ ਬਾਅਦ ਆਇਆ ਹੀ ਨਹੀਂ। ਸਤਿਗੁਰੂ ਜੀ ਨੇ ਉਹ ਸਿੱਖ ਨੂੰ ਬੁਲਾਇਆ ਅਤੇ ਅੱਗੇ ਸੰਥਿਆ ਨਾ ਕਰਨ ਦਾ ਕਾਰਨ ਪੁੱਛਿਆ। ਤਾਂ ਉਹ ਸਿੱਖ ਨੇ ਕਿਹਾ ਕਿ ਮਹਾਰਾਜ, ਜਿਵੇਂ ਪ੍ਰਸ਼ਾਦ ਛਕ ਕੇ ਆਨੰਦਿਤ ਹੋ ਜਾਈਦਾ, ਫਿਰ ਪ੍ਰਸ਼ਾਦ ਨਹੀਂ ਛਕੀਦਾ ਅਤੇ ਨਾ ਹੀ ਉਸ ਵੇਲੇ ਭੁੱਖ ਰਹਿੰਦੀ ਹੈ। ਇਸੇ ਤਰ੍ਹਾਂ ਤੁਹਾਡੇ ਮਿਲਾਪ ਅਤੇ ਉਪਦੇਸ਼ ਨਾਲ ਮੈਨੂੰ ਸੱਚਾ ਆਨੰਦ ਪ੍ਰਾਪਤ ਹੋ ਗਿਆ। ਹੁਣ ਹੋਰ ਕੋਈ ਚੀਜ਼ ਪਾਉਣ ਯੋਗ ਰਹੀ ਹੋਈ ਨਹੀਂ। ਇਸ ਵਾਸਤੇ ਹੁਣ ਹੋਰ ਕੁਝ ਨਹੀਂ ਮੈਂ ਪੜ੍ਹਨਾ ਚਾਹੁੰਦਾ। ਸਤਿਗੁਰੂ ਜੀ ਉਹਦੇ ਜੀਵਨ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਆਖਿਆ, ਸਿੱਖਾ ਤੇਰਾ ਇਹ ਆਨੰਦ ਵੀ ਬਣਿਆ ਰਹੇਗਾ, ਪਰ ਗੁਰਬਾਣੀ ਦੀ ਸੰਥਿਆ ਹਰੇਕ ਸਿੱਖ ਲਈ ਜ਼ਰੂਰੀ ਹੈ। ਇਸ ਲਈ ਤੂੰ ਗੁਰਬਾਣੀ ਦੀ ਸੰਪੂਰਨ ਸੰਥਿਆ ਕਰ ਅਤੇ ਸਹਿਜ ਪਾਠ ਵੀ ਪੜ੍ਹਿਆ ਕਰ। ਫਿਰ ਉਹ ਸਿੱਖ ਨੇ ਗੁਰਾਂ ਦਾ ਬਚਨ ਮੰਨ ਕੇ ਸੰਪੂਰਨ ਸੰਥਿਆ ਕੀਤੀ। ਇੰਨੀ ਇਹ ਗੁਰਬਾਣੀ ਵਿੱਚ ਤਾਕਤ ਹੈ। ਰਾਗ ਰਤਨ ਪਰਵਾਰ ਪਰੀਆ, ਰਤਨਵਤ ਅਮੋਲਕ ਖਟ ਰਾਗ ਪਰਿਵਾਰ ਭਾਵ ਰਾਗਾਂ ਦੇ ਪੁੱਤਰ ਅਤੇ ਰਾਗਾਂ ਦੀਆਂ ਬਰੀਆਂ ਭਾਵ ਰਾਗਣੀਆਂ
ਇਹ ਸਭ ਸਤਿਗੁਰਾਂ ਦੇ ਕੋਲ ਸ਼ਬਦ ਗਾਵਣ ਆਈਆ। ਸ਼ਬਦ ਗਾਉਣ ਵਾਸਤੇ ਆਈਆਂ ਹਨ। ਪਾਪ ਪ੍ਰਭੂ ਦੀ ਪ੍ਰਾਪਤੀ ਵਾਲੇ ਸਮੇਂ ਵਿੱਚ ਅਸਤੋਤਰ ਗਾਉਣ ਵਾਸਤੇ ਆਈਆਂ ਹਨ। ਇਸੇ ਪ੍ਰਕਾਰ ਰਾਗ ਰਤਨ ਪਰਵਾਰ ਪਰੀਆਂ। ਰਾਗ ਪ੍ਰੇਮ ਰਤਨਮੈ ਰਾਗ, ਸਤ ਸੰਤੋਖ ਦਇਆ ਧਰਮ ਵਿਚਾਰ ਰੂਪ ਪਰਿਵਾਰ, ਕਰੁਣਾ ਮੁਦਤਾ ਮੈਤਰੀ ਅਪੇਖਿਆ ਰੂਪ ਪਰੀਆਂ ਆਦਿਕ ਇਹਨਾਂ ਗੁਣਾਂ ਦੀਆਂ ਪੰਕਤੀਆਂ ਸ਼ਬਦ ਗਾਵਣ ਆਈਆਂ। ਗੁਰ ਉਪਦੇਸ਼ ਨੂੰ ਸੁਣ ਕੇ ਬ੍ਰਹਮ ਦਾ ਜਸ ਗਾਉਣ ਵਾਸਤੇ ਆ ਕੇ ਪ੍ਰਾਪਤ ਹੋਈਆਂ ਹਨ। ਸ਼ਬਦੋ ਤਗਾਵਹੁ ਹਰੀ ਕੇਰਾ। ਹੇ ਭਾਈ, ਗੁਰੂ ਉਪਦੇਸ਼ ਦੁਆਰਾ ਤਾਂ ਹਰੀ ਪਰਮੇਸ਼ਰ ਦਾ ਜਸ ਗਾਉਣਾ ਕਰੋ। ਇਸੇ ਪ੍ਰਕਾਰ ਸ਼ਬਦੋ ਤਗਾਵਹੁ ਹਰੀ ਕੇਰਾ। ਸ਼ਬਦ ਤਾਂ ਹਰੀ ਦੀ ਪ੍ਰਾਪਤੀ ਦਾ ਗਾਉਣਾ ਕਰੋ। ਮਨ ਜਿਨੀ ਵਸਾਇਆ। ਕਿਉਂਕਿ ਜਿਨ੍ਹਾਂ ਨੇ ਹਿਰਦੇ ਵਿੱਚ ਵਸਾਉਣਾ ਕੀਤਾ ਉਹ ਨਿਹਾਲ ਹੋ ਗਏ ਹਨ। ਜਾਂ ਇਸੇ ਪ੍ਰਕਾਰ ਮਨ ਜਿਨੀ ਵਸਾਇਆ। ਜਿਨ੍ਹਾਂ ਗੁਰਾਂ ਨੇ ਹਰੀ ਨੂੰ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਗੁਰਾਂ ਦੇ ਉਪਦੇਸ਼ ਰਾਹੀਂ ਹਰੀ ਜਸ ਗਾਉਣਾ ਕਰੋ। ਤੋ ਜਿਨ੍ਹਾਂ ਦੀ ਕਿਰਪਾ ਨਾਲ ਵਾਹਿਗੁਰੂ ਨੇ ਸਾਨੂੰ ਖੁਸ਼ੀਆਂ ਪ੍ਰਗਟ ਕਰ ਦਿੱਤੀਆਂ ਹਿਰਦੇ ਵਿੱਚ। ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਜੀ ਕਥਨ ਕਰਦੇ ਕਿ ਤਦ ਮੈਨੂੰ ਪ੍ਰਭੂ ਦੀ ਪ੍ਰਾਪਤੀ ਦਾ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ। ਸਤਿਗੁਰੂ ਮੈਂ ਪਾਇਆ। ਜਦ ਮੈਂ ਸੱਚੇ ਗੁਰਾਂ ਨੂੰ ਪਾਉਣਾ ਕੀਤਾ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਸਰਬ ਸਾਂਝਾ ਉਪਦੇਸ਼ ਬਖਸ਼ਦੇ ਨੇ। ਤਿੰਨ ਬਖਤੇ ਹੁੰਦੇ ਨੇ। ਇੱਕ ਤਾਂ ਹੁੰਦਾ ਕਨਿਸ਼ਟ, ਉਹ ਡਾਂਗ ਫੜ ਲੈਣੀ, ਕੰਮ ਕਰਨਾ ਕਿ ਨਹੀਂ ਕਰਨਾ, ਮੇਰੀ ਗੱਲ ਮੰਨਣੀ ਕਿ ਮੰਨਣੀ, ਆ ਡਾਂਗ ਵੇਖੀ ਗੁੱਸੇ ਨਾਲ। ਇੱਕ ਹੁੰਦਾ ਮੱਧਮ, 100 ਬੰਦਾ ਬੈਠਾ ਹੋਵੇ, ਇੱਕ ਤੇ ਟਾਰਗੇਟ ਬਣਾ ਕੇ ਸਾਰਾ ਪ੍ਰਚਾਰ ਉਹਦੇ 'ਤੇ ਝਾੜ ਦੇਣਾ, ਬਾਕੀ ਉਹਨੂੰ ਇਗਨੋਰ ਕਰ ਦੇਣਾ, ਉਹਨੂੰ ਕਹਿੰਦੇ ਮੱਧਮ ਭਗਤ ਹੈ। ਇੱਕ ਹੁੰਦਾ ਉੱਤਮ ਭਗਤ, ਉਹ ਆਪਦੇ ਮਨ ਦੇ ਪਰਥਾਏ ਉਚਾਰਦਾ। ਜਿਵੇਂ ਆਪਦੀ ਧੀ ਨੂੰ ਝਟਕੀ ਜਾਣਾ, ਤੂੰ ਭਾਂਡੇ ਨਹੀਂ ਮਾਂਜਦੀ, ਤੂੰ ਆ ਚਾਦਰ ਨਹੀਂ ਝਾੜੀ, ਮਤਲਬ ਨਹੁੰ ਆਪਣੇ ਆਪ ਹੀ ਸਮਝ ਜਾਏ। ਆਪਦੇ ਬੰਦੇ ਦਾ ਗੁੱਸਾ ਨਹੀਂ ਕਰਦਾ ਕੋਈ, ਜੇ ਆਪਣੇ ਆਪ ਨੂੰ ਕਾਖੀਏ ਜਾਂ ਆਪਦੇ ਮਨ ਨੂੰ ਸਮਝਾਈਏ। ਤੋ ਇਸ ਤਰ੍ਹਾਂ ਸਤਿਗੁਰੂ ਜੀ ਦਾ ਮਨ ਤਾਂ ਖੁਦ ਪਰਮਾਤਮਾ ਨੇ, ਉਹਨਾਂ ਦੇ ਮਨ ਨੂੰ ਕੀ ਉਪਦੇਸ਼ ਦੀ ਲੋੜ ਹੈ। ਪਰ ਮਹਾਰਾਜ ਨੇ ਆਪਦੇ ਮਨ ਨੂੰ ਸੰਬੋਧਨ ਤਾਂ ਕੀਤਾ ਕਿ ਸਾਨੂੰ ਗੁੱਸਾ ਨਾ ਲੱਗੇ। ਕਿਸੇ ਦਾ ਨਾਂ ਲੈ ਕੇ ਆਖੋ, ਅਗਲਾ ਗੁੱਸਾ ਕਰਦਾ ਹੈ। ਤੋ ਇਸ ਲਈ ਉੱਤਮ ਭਗਤਾ ਹਮੇਸ਼ਾ ਆਪਦੇ ਪਰਥਾਏ ਉਚਾਰਦਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਜਗਲ ਸਗਲ ਜਹਾਨ ਹੈ। ਅਤੇ ਬਾਣੀ ਦੀ ਖਾਸੀਅਤ ਹੈ, ਹੁਣ ਜਦ ਵੀ ਕੋਈ ਵੀ ਬਾਣੀ ਪੜ੍ਹੇਗਾ, ਮੈਂ ਪੜ੍ਹੂੰਗਾ, ਤੁਸੀਂ ਪੜ੍ਹੋਗੇ, ਆਪਾਂ ਸਾਰੇ ਸਮਝਾਂਗੇ ਕਿ ਖੁਦ ਅਸੀਂ ਹੀ ਆਪਦੇ ਮਨ ਨੂੰ ਸਮਝਾ ਰਹੇ ਹਾਂ। ਇਹ ਉੱਤਮ ਭਗਤੀ ਰਾਹੀਂ ਬਾਣੀ ਉਚਾਰ ਰਹੇ ਹਨ। ਏ ਮਨ ਮੇਰਿਆ। ਇਹ ਮੇਰਿਆ ਪਿਆਰਿਆ ਮਨਾ। ਮਨ ਦਾ ਅਰਥ ਜੀਵ ਵੀ ਹੁੰਦਾ ਹੈ। ਇਹ ਜੀਵ, ਨਾ ਸਿੱਖ ਆਖਿਆ, ਨਾ ਹਿੰਦੂ ਆਖਿਆ, ਨਾ ਈਸਾਈ ਆਖਿਆ, ਨਾ ਖੱਤਰੀ ਆਖਿਆ, ਨਾ ਬ੍ਰਾਹਮਣ ਆਖਿਆ, ਨਾ ਸ਼ੂਦ, ਨਾ ਵੈਸ਼। ਜੀਵ ਸਰਬ ਸਾਂਝੇ, ਸਾਰੀ ਦੁਨੀਆ ਨੂੰ ਉਪਦੇਸ਼ ਹੈ। ਤੂੰ ਸਦਾ ਰਹੂੰ ਹਰ ਨਾਲੇ। ਤੂੰ ਹਮੇਸ਼ਾ ਲਿਵ ਲਾ ਕੇ ਪਰਮੇਸ਼ਰ ਦੇ ਨਾਲ ਜੁੜਿਆ ਰਹਿਣਾ ਕਰ। ਅਰਥਾਤ ਇਹ ਮੇਰੇ ਮਨਾ, ਜਿਵੇਂ ਤੂੰ ਇੰਦਰੀਆਂ ਨੂੰ ਜਾਣਦਾ ਹੈ ਪਰ ਤੈਨੂੰ ਇੰਦਰੀਆਂ ਨਹੀਂ ਜਾਣਦੀਆਂ, ਇੰਜ ਪਰਮੇਸ਼ਰ ਦੇ ਰੰਗ ਸੰਗ ਹੋਣ ਕਰਕੇ ਤੇਰੇ ਸਾਰੇ ਚੰਗੇ ਮੰਦੇ ਸੰਕਲਪਾਂ ਨੂੰ ਜਾਣਦਾ, ਤਾਂ ਪਰ ਉਲਟ ਕੇ ਉਹਨੂੰ ਵੇਖ ਨਹੀਂ ਸਕਦਾ। ਇਸ ਲਈ ਹਰ ਵਕਤ ਨਾਲ ਰਹਿਣ ਵਾਲੇ ਪਰਮੇਸ਼ਰ ਨੂੰ ਸਦਾ ਚੇਤੇ ਕਰ। ਹਰ ਨਾਲ ਰਹੋ ਤੂੰ ਮਨ ਮੇਰੇ। ਇਹ ਮੇਰੇ ਮਨਾ, ਤੂੰ ਹੋਰ ਸਾਰੇ ਸੰਕਲਪਾਂ ਜਾਂ ਸਾਰੀਆਂ ਵਾਸ਼ਨਾਵਾਂ ਨੂੰ ਛੱਡ ਕੇ ਪਰਮੇਸ਼ਰ ਦੇ ਨਾਲ ਲਿਵ ਲਾ ਕੇ ਜੁੜਿਆ ਰਹਿਣਾ ਕਰ। ਦੁਖ ਸਭ ਵਿਸਾਰਣਾ।
ਜੋ ਤੇਰੇ ਸਾਰੇ ਜੰਮਣ ਮਰਨ ਆਦਿਕ ਦੇ ਦੁੱਖਾਂ ਨੂੰ ਭੁਲਾ ਦੇਵੇਗਾ, ਵਿਸਰਜਨ ਕਰ ਦੇਵੇਗਾ। ਜਾਂ ਜੇ ਪਰਮੇਸ਼ਰ ਨੂੰ ਭੁਲਾਉਣਾ ਕਰੇਗਾ ਤਾਂ ਤੈਨੂੰ ਸਾਰੇ ਦੁੱਖ ਆ ਕੇ ਚੰਬੜ ਜਾਣਗੇ। ਅੰਗੀਕਾਰੋ ਗਾਰੇ ਤੇਰਾ, ਇਹ ਮੇਰੇ ਮਨਾ ਉਹ ਪਰਮੇਸ਼ਰ ਤੇਰਾ ਅੰਗੀਕਾਰ ਪੱਖ ਕਰੇਗਾ। ਜਾਂ ਪਰਮੇਸ਼ਰ ਤੇਰੇ ਤਾਈਂ ਸ਼ੁੱਧ ਬਣਾ ਕੇ ਗ੍ਰਹਿਣ ਕਰ ਲਵੇਗਾ। ਕਾਰਜ ਸਭ ਸਵਾਰਣਾ, ਪੁਨ੍ਹਾ ਤੇਰੇ ਵਿਵਹਾਰਕ ਤੇ ਪਰਮਾਰਥ ਦੇ ਸਾਰੇ ਕੰਮ ਸੁਧਾਰ ਦੇਵੇਗਾ। ਸਭਨਾ ਗਲਾ ਸਮਰੱਥ ਸੁਆਮੀ, ਜੋ ਮਾਲਕ ਪਰਮੇਸ਼ਰ ਸਾਰੀਆਂ ਗੱਲਾਂ ਕਰਕੇ ਸਰਬ ਸ਼ਕਤੀਮਾਨ ਹੈ। ਸੋ ਕਿਉ ਮਨੋ ਵਿਸਾਰੇ, ਇਹ ਮੇਰੇ ਮਨਾ ਤੂੰ ਉਸ ਪਰਮੇਸ਼ਰ ਨੂੰ ਕਾਹਦੇ ਵਾਸਤੇ ਭੁਲਾਉਣਾ ਕੀਤਾ ਹੈ, ਜਿਸ ਵਿਸਰਿਆ ਇੱਕ ਨਿਮਖ ਨਾ ਸਰ। ਜਿਹਦੇ ਭੁਲਾਉਣ ਨਾਲ ਇੱਕ ਨਿਮਖ ਮਾਤਰ ਵੀ ਨਹੀਂ ਸਰਦਾ, ਤੂੰ ਉਹਨੂੰ ਹਮੇਸ਼ਾ ਹੀ ਭੁਲਾਇਆ ਹੋਇਆ, ਕਦੀ ਯਾਦ ਹੀ ਨਹੀਂ ਕਰਦਾ। ਸੋ ਕਿਉ ਬਿਸਰੈ ਜੇ ਘਾਲ ਨਾ ਭੰਨ, ਸੋ ਕਿਉ ਬਿਸਰੈ ਜੇ ਕੀਆ ਜਨ, ਸੋ ਕਿਉ ਬਿਸਰੈ ਜਿਹਨੇ ਸਭ ਕੁਛ ਦੀਆ, ਸੋ ਕਿਉ ਬਿਸਰੈ ਜੇ ਜੀਵਨ ਜੀਆ। ਤੋ ਇਸ ਵਾਸਤੇ ਉਹ ਵਾਹਿਗੁਰੂ ਨੂੰ ਤੂੰ ਕਿਉਂ ਭੁਲਾਇਆ? ਨਹੀਂ ਭੁਲਾਉਣਾ ਚਾਹੀਦਾ। ਕਹੈ ਨਾਨਕ ਮਨ ਮੇਰੇ, ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਮਨਾ, ਸਦਾ ਰਹੋ ਹਰ ਨਾਲੇ, ਤੂੰ ਹਮੇਸ਼ਾ ਹੀ ਪਰਮੇਸ਼ਰ ਦੇ ਨਾਲ ਲਿਵ ਲਾ ਕੇ ਜੁੜਿਆ ਰਹਿਣਾ ਕਰ। ਅਗਲੀ ਪੌੜੀ 'ਚ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ ਹਨ ਕਿ ਇੰਝ ਬੇਨਤੀ ਕਰੋ। ਸਾਚੇ ਸਾਹਿਬਾ, ਇਹ ਸੱਚੇ ਮਾਲਕ ਪਰਮੇਸ਼ਰ ਜੀ, ਕਿਆ ਨਾਹੀ ਘਰ ਤੇਰਾ, ਤੇਰੇ ਘਰ ਵਿੱਚ ਕੀ ਨਹੀਂ ਹੈ? ਭਾਵ ਤੇਰੇ ਸਤ ਸੰਗਤ ਸਰੂਪ ਰੂਪੀ ਘਰ ਵਿੱਚ ਸਭ ਕੁਝ ਹੀ ਹੈ। ਘਰ ਤਾਂ ਤੇਰਾ ਸਭ ਕਿਛ ਹੈ, ਤੇਰੇ ਸਤ ਸੰਗਤ ਸਰੂਪ ਰੂਪੀ ਘਰ ਵਿੱਚ ਤਾਂ ਰਿੱਧੀਆਂ ਸਿੱਧੀਆਂ ਮੁਕਤੀਆਂ ਨਾਮ ਆਦਿਕ ਸਭ ਕੁਝ ਹੈ। ਜਿਸ ਦੇਹ ਸੋ ਪਾਵਾਏ, ਪਰੰਤੂ ਜਿਸ ਨੂੰ ਤੂੰ ਨਾਮ ਆਦਿਕ ਦੀ ਦਾਤ ਦਿੰਦਾ ਹੈ ਉਹੀ ਪੁਰਖ ਹੀ ਪਾਉਂਦਾ ਹੈ। ਦਾਤ ਦਾਤ ਰਖੀ ਹੱਥ ਆਪਣ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਸਦਾ ਸਿਫਤ ਸਲਾਹ ਤੇਰੀ, ਇਹ ਪਰਮੇਸ਼ਰ ਹਮੇਸ਼ਾ ਹੀ ਇਕੱਲੇ ਬੈਠ ਕੇ ਭਗਤੀ ਦੁਆਰਾ ਤੇਰੀ ਸਿਫਤ ਉਸਤਤ ਕਰਦੇ ਹਾਂ ਅਤੇ ਸਵੇਰ ਸ਼ਾਮ ਸੰਗਤ ਦੇ ਨਾਲ ਜੁੜ ਕੇ ਤੇਰੀ ਕਥਾ ਕੀਰਤਨ ਭਗਤੀ ਦੁਆਰਾ ਸਲੋਤਾ ਵਡਿਆਈ ਕਰਦੇ ਹਾਂ। ਨਾਮ ਮਨ ਵਸਾਵਾਏ, ਪੁਨ੍ਹਾ ਤੇਰੇ ਨਾਮ ਨੂੰ ਅਸੀਂ ਆਪਦੇ ਹਿਰਦੇ ਵਿੱਚ ਵਸਾਉਣਾ ਕਰਦੇ ਹਾਂ। ਜਾਂ ਇਸੇ ਪ੍ਰਕਾਰ ਸਦਾ ਸਦਾ ਸਿਫਤ ਸਲਾਹ ਤੇਰੀ, ਇਹ ਸਿਫਤੀ ਪਰਮੇਸ਼ਰ ਸਦਾ ਤੇਰੀ ਕੀਰਤਨ ਭਗਤੀ ਦੁਆਰਾ ਸ਼ਲਾਘਾ ਕਰਨੇ ਕਰਕੇ ਨਾਮ ਮਨ ਵਸਾਵਾਏ, ਅਤੇ ਤੇਰੇ ਨਾਮ ਨੂੰ ਹਿਰਦੇ ਵਿੱਚ ਵਸਾਉਣੇ ਕਰਕੇ ਹੀ ਤੇਰੀ ਪ੍ਰਾਪਤੀ ਹੁੰਦੀ ਹੈ ਜੀ। ਨਾਮ ਜਨ ਕੈ ਮਨ ਵਸਿਆ, ਇਹ ਵਾਹਿਗੁਰੂ ਜੀ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਤੇਰਾ ਨਾਮ ਵਸਿਆ ਹੋਇਆ, ਟਿਕਿਆ ਹੋਇਆ, ਅਸਥਿਤ ਹੋਇਆ ਹੈ। ਵਾਜੇ ਸ਼ਬਦ ਕਨੇਰੇ, ਉਹਨਾਂ ਦੇ 10ਵੇਂ ਦੁਆਰ ਵਿੱਚ ਜੋਗੀਆਂ ਵਾਲੇ ਵਾਜੇ ਵਾਜਾਏ। ਤਤ ਤੰਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਣ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਸਰ ਪਹਿਚਾਣ। ਇਹ ਇਤਿਆਦਿਕ ਵਾਜੀਆਂ ਵਾਲੇ ਬਹੁਤੇ ਸ਼ਬਦ ਵਾਜਾਏ ਹਨ। ਜਾਂ ਇਸੇ ਪ੍ਰਕਾਰ ਵਾਜੇ ਸ਼ਬਦ ਕਨੇਰੇ, ਹਿਰਦੇ ਵਿੱਚ ਸਤ ਸੰਤੋਖ ਰੂਪ ਜਸ ਰੂਪ ਬਹੁਤੇ ਵਾਜੇ ਵਾਜਾਏ ਨੇ। ਸਤ ਸੰਤੋਖ ਵਜੇ ਹੈ ਵਾਜੇ ਅਨਹਦਾ ਝੋਣਕਾਰੇ।
ਇਸੇ ਪ੍ਰਕਾਰ ਵਾਜੇ ਸ਼ਬਦ ਕਨੇਰੇ ਜੋ ਸ਼ਬਦ ਬ੍ਰਹਮ ਘਨੇਰੇ ਘਣੇ ਸੰਸਾਰ ਦੇ ਅੰਦਰ ਵਿਆਪਕ ਹੈ, ਔਰ ਇਹਦੇ ਵਿੱਚ ਵਾਜੇ ਪ੍ਰਗਟ ਹੋ ਆਇਆ ਹੈ। ਕਹੈ ਨਾਨਕ ਸੱਚੇ ਸਾਹਿਬ ਸਤਿਗੁਰੂ ਜੀ ਕਹਿੰਦੇ ਕਿ ਹੇ ਮੇਰੇ ਸੱਚੇ ਸਦਾ ਸਥਿਰ ਰਹਿਣ ਵਾਲੇ ਮਾਲਕ ਪਰਮੇਸ਼ਰ ਜੀ, ਕਿਆ ਨਾਹੀ ਘਰ ਤੇਰਾ, ਤੇਰੇ ਘਰ ਵਿੱਚ ਕਿਹੜਾ ਪਦਾਰਥ ਨਹੀਂ ਹੈ, ਭਾਵ ਸਭ ਕੁਝ ਹੀ ਹੈ। ਜੋ ਤੇਰੀ ਸਿਫਤ ਸਲਾਹ ਕਰਦੇ ਨੇ ਉਹਨਾਂ ਨੂੰ ਹੀ ਤੂੰ ਪ੍ਰਾਪਤ ਹੁੰਦਾ ਹੈ। ਸਾਚਾ ਸਾਚਾ ਨਾਮ ਮੇਰਾ ਆਧਾਰੋ, ਇਹ ਸੰਤ ਜਨੋ ਪਰਮੇਸ਼ਰ ਦਾ ਸਰੂਪ ਲਖਣਾ ਵਾਲਾ ਸੱਚਾ ਨਾਮ ਹੀ ਮੇਰਾ ਭਾਵ ਸਾਡਾ ਲੋਕ ਪਰਲੋਕ ਵਿੱਚ ਆਸਰਾ ਰੂਪ ਹੈ। ਸਾਚ ਨਾਮ ਆਧਾਰ ਮੇਰਾ, ਸੋ ਪਰਮੇਸ਼ਰ ਦਾ ਸੱਚਾ ਨਾਮ ਹੀ ਸਾਡਾ ਆਸਰਾ ਰੂਪ ਹੈ। ਜਿਨ ਭੁੱਖਾਂ ਸਭ ਗਵਾਈਆ, ਜਿਸ ਨਾਮ ਨੇ ਮੇਰੀਆਂ ਸਾਰੀਆਂ ਆਸ਼ਾਵਾਂ ਰੂਪ ਭੁੱਖਾਂ ਗਵਾ ਦਿੱਤੀਆਂ ਹਨ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਸ ਨਾਮ ਕਰਕੇ ਆਤਮਿਕ ਸ਼ਾਂਤੀ ਅਤੇ ਸੁਖ ਆਨੰਦ ਸਰੂਪ ਹਿਰਦੇ ਵਿੱਚ ਆ ਕੇ ਵਸ ਗਿਆ ਟਿਕਿਆ ਹੈ। ਜਿਨ ਇੱਛਾ ਸਭ ਪੁਜਾਈਆ, ਅਤੇ ਜਿਸ ਨੇ ਮਨ ਦੀਆਂ ਸਾਰੀਆਂ ਇੱਛਾ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ ਹਨ। ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ, ਅਸੀਂ ਆਪਣਾ ਆਪ ਉਸ ਪੂਰੇ ਗੁਰੂ ਦੇ ਉੱਪਰੋਂ ਹਮੇਸ਼ਾ ਸੈਂਕੜੇ ਵਾਰੀ ਬਲਿਹਾਰ ਕੀਤਾ ਹੈ। ਜਿਸ ਦੀਆਂ ਇਹ ਵਡਿਆਈਆਂ, ਜਿਸ ਗੁਰੂ ਦੀਆਂ ਇਹ ਬੇਅੰਤ ਵਡਿਆਈਆਂ ਬਖਸ਼ੀਆਂ ਹੋਈਆਂ ਹਨ। ਕਹੈ ਨਾਨਕ ਸੁਣੋ ਸੰਤੋ, ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਸ਼ਾਂਤ ਆਤਮਾ ਵਾਲੇ ਸਤਿਪੁਰਖੋ, ਸਾਡਾ ਉਪਦੇਸ਼ ਤੁਸੀਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸਰਵਣ ਕਰੋ। ਸ਼ਬਦ ਧਰੋ ਪਿਆਰੋ, ਗੁਰੂ ਉਪਦੇਸ਼ ਵਿੱਚ ਪਿਆਰ ਧਾਰਨਾ ਕਰੋ। ਜੇ ਦੁਨੀਆ ਨਾਲ ਪਿਆਰ ਪਾਓਗੇ ਤਾਂ ਦੁਖੀ ਹੋਵੋਗੇ। ਇੱਕ ਮੋਟੀ ਜੀ ਉਦਾਹਰਨ ਹੈ, ਸੜਕ ਤੇ ਕੋਈ ਮੁਰਦਾ ਲਾਸ਼ ਲੈ ਕੇ ਜਾਂਦਾ ਹੋਵੇ, ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਤਾਂ ਵੱਧ ਤੋਂ ਵੱਧ ਆਪਾਂ ਸੜਕ ਦੇ ਕਿਨਾਰੇ ਖਲੋ ਕੇ ਲੋਕਾਂ ਵੱਲ ਵੇਖ ਕੇ ਪਿਛਲੇ ਬੰਦੇ ਨੂੰ ਪੁੱਛਦੇ ਹਾਂ ਵੀ ਕਿਹੜਾ ਚੜ੍ਹਾਈ ਕਰ ਗਿਆ। ਉਹ ਕਹਿੰਦੇ ਨੇ ਫਲਾਣਾ ਚੜ੍ਹਾਈ ਕਰ ਗਿਆ। ਬਸ ਇਸ ਤੋਂ ਵੱਧ ਸਾਡਾ ਕੋਈ ਮਤਲਬ ਨਹੀਂ ਹੁੰਦਾ। ਪਰ ਤੁਸੀਂ ਵੇਖੋ ਉਹਦੇ ਭੈਣ ਭਰਾ, ਉਹਦੇ ਮਾਂ ਪਿਓ, ਤੋ ਉਹਦੇ ਜਿਹੜੇ ਸਾਕ ਸੰਬੰਧੀ ਹੁੰਦੇ ਨੇ ਕਿੰਨਾ ਰੋਂਦੇ ਕੁਰਲਾਉਂਦੇ ਹੁੰਦੇ ਨੇ। ਆਪਾਂ ਨੂੰ ਵੇਖ ਕੇ ਮਹਿਸੂਸ ਹੁੰਦਾ ਵੀ ਇਹ ਕਿਉਂ ਰੋ ਰਹੇ ਨੇ। ਸਾਨੂੰ ਕਿਉਂ ਨਹੀਂ ਰੋਣਾ ਆਉਂਦਾ? ਕਿਉਂਕਿ ਸਾਡਾ ਉਹਦੇ ਨਾਲ ਪਿਆਰ ਨਹੀਂ ਸੀਗਾ। ਜਿੰਨਾ ਵੀ ਕਿਸੇ ਨਾਲ ਵੱਧ ਪਿਆਰ ਹੋਊਗਾ, ਅਤੇ ਆਮ ਸਿਆਣਿਆਂ ਦਾ ਕਹਿਣਾ, ਉਹ ਮਾਵਾਂ ਕਹਿੰਦੀਆਂ ਬੱਚਿਆਂ ਨੂੰ ਵੀ ਹੱਸੋ ਨਾ, ਬਹੁਤਾ ਨਾ ਹੱਸੋ। ਗੁਰੂ ਜੀ ਨੇ ਵੀ ਲਿਖਿਆ ਵੀ ਜਿੰਨਾ ਹੱਸੋਗੇ ਉਹਨਾਂ ਰੋਣਾ ਪਊਗਾ। ਹੱਸਣ ਤੋਂ ਪਹਿਲਾਂ ਸੋਚ ਲਓ। ਹਰਖੰ ਤਾਂ ਸੋਗੰ, ਸੰਸਕ੍ਰਿਤੀ ਸ਼ਲੋਕਾਂ 'ਚ ਬਚਨ, ਜੇ ਖੁਸ਼ ਹੋਵੋਗੇ ਤਾਂ ਰੋਵੋਗੇ। ਭੋਗੰਗ ਤਾਂ ਰੋਗੰਗ, ਜਿੰਨੇ ਭੋਗਾਂ ਨੂੰ ਭੋਗੋਗੇ ਉਨਾ ਹੀ ਤੁਸੀਂ ਰੋਗੀ ਹੋਵੋਗੇ। ਜਿੰਨੇ ਭੋਗਾਂ ਤੋਂ ਬਚ ਕੇ ਰਹੋਗੇ ਉਹਨਾਂ ਤੰਦਰੁਸਤ ਰਹੋਗੇ। ਜਿੰਨਾ ਖੁਸ਼ ਰਹੋਗੇ, ਨੱਚੋ ਗਾਓਗੇ, ਉਹਨਾਂ ਰੋਣਾ ਪਊਗਾ। ਜਿੰਨਾ ਕਿਸੇ ਨਾਲ ਪਿਆਰ ਪਾਓਗੇ ਉਹਨਾਂ ਫਿਰ ਤੁਹਾਨੂੰ ਦੁਖੀ ਹੋਣਾ ਪਊਗਾ। ਇਸ ਲਈ ਪਾਓ ਹੀ ਉਹਨਾਂ ਕੁ। ਮੋਟੀ ਜੀ ਗੱਲ ਹੈ। ਮਾਂ ਪਿਓ ਬੱਚੇ 'ਤੇ ਨਾਰਾਜ਼ ਹੁੰਦੇ ਨੇ, ਬੱਚੇ ਮਾਂ ਪਿਓ 'ਤੇ ਨਾਰਾਜ਼ ਹੁੰਦੇ ਨੇ। ਕਾਰਨ ਕੀ ਹੈ? ਵੀ ਮਾਂ ਨੂੰ ਆਸ ਹੁੰਦੀ ਹੈ ਬੱਚਾ ਮੇਰਾ ਵੱਡਾ ਹੋਊਗਾ, ਵਿਆਹ ਹੋਊਗਾ, ਇੰਝ ਉਂਝ। ਘਰ ਵਾਲੀ ਆਉਂਦਿਆਂ ਸਾਰੀ ਸਭ ਤੌਰ ਤਰੀਕੇ ਆਮ ਘਰਾਂ 'ਚ ਇਹੀ ਹੁੰਦਾ, ਮੈਨੂੰ ਮਾਫ਼ ਕਰਨਾ। ਮਤਲਬ ਜਿੰਨੀ ਮਾਂ ਨੂੰ ਆਸ ਹੈ ਬੱਚੇ ਨਾਲ ਪਿਆਰ ਦੇ ਨਾਲ ਵੀ ਇਹ ਮੇਰਾ ਖਿਆਲ ਰੱਖੂਗਾ ਜਾਂ ਮੇਰੀ ਗੱਲ ਮੰਨੂਗਾ, ਉਹਨਾਂ ਨੂੰ ਵੱਧ ਦੁਖੀ ਹੁੰਦੀ ਹੈ। ਕਿਉਂਕਿ ਬੱਚਾ ਆਸਾਂ 'ਤੇ ਪੂਰਾ ਨਹੀਂ ਉਤਰਦਾ। ਜਿੰਨਾ ਉਹਨੇ ਪਿਆਰ ਪਾ ਲਿਆ ਉਹਨਾਂ ਬੱਚਾ ਆਸ 'ਤੇ ਪੂਰਾ ਉਤਰਿਆ ਨਹੀਂ, ਅਤੇ ਮਾਂ ਨੂੰ ਦੁਖੀ ਹੋਣਾ ਪਿਆ। ਜੇ ਪਹਿਲਾਂ ਹੀ ਸੋਚ ਲਏ
ਵੀ ਜਿੰਨਾ ਕੁ ਹੈ ਉਹਨਾਂ ਕੁ ਸਹੀ ਹੈ, ਬਸ ਸਾਡਾ ਫਰਜ਼ ਨਿਭ ਗਿਆ, ਅਗਲਾ ਆਪਦੇ ਘਰ ਰਾਜੀ ਰਹੇ। ਹੁਣ ਉਹਦਾ ਆਪਦਾ ਪਰਿਵਾਰ ਵੀ ਹੈ, ਉਹਨੇ ਸਾਰਿਆਂ ਦਾ ਸੋਚਣਾ। ਤੇ ਇਸ ਵਾਸਤੇ ਮਾਂ ਬੱਚੇ ਦੇ ਨਾਰਾਜ਼ ਹੈ, ਬੱਚਾ ਮਾਂ ਪਿਓ ਦੇ ਨਾਰਾਜ਼ ਹੈ। ਉਹਨੂੰ ਆਪਦੇ ਮਾਂ ਪਿਓ 'ਤੇ ਆਸ ਹੈ ਵੀ ਮਾਂ ਪਿਓ ਮੇਰੀ ਹੈਲਪ ਕਰਨਗੇ। ਹੁਣ ਬਥੇਰਾ 16-18 ਸਾਲ ਤੱਕ ਹੈਲਪ ਕਰ ਦਿੱਤੀ, ਹੁਣ ਤੇਰਾ ਵਿਆਹ ਹੋ ਗਿਆ, ਤੂੰ ਆਪਦਾ ਪਕਾ ਦੇ ਖਾ। ਬੱਚਾ ਅਲੱਗ ਤੋਂ ਦੁਖੀ ਹੈ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਮੈਨੂੰ ਹਿੱਸਾ ਨਹੀਂ ਦਿੱਤਾ, ਮੈਨੂੰ ਪੈਲੀ ਨਹੀਂ ਦਿੱਤੀ, ਮੈਨੂੰ ਆਹ ਨਹੀਂ ਦਿੱਤਾ, ਮੈਨੂੰ ਉਹ ਨਹੀਂ ਦਿੱਤਾ। ਵਿਆਹਾਂ ਸ਼ਾਦੀਆਂ 'ਚ ਕੀ ਹੁੰਦਾ? ਕਾਰਨ ਇਹੀ ਹੈ। ਤਾਂ ਇਸ ਵਾਸਤੇ ਜਿੰਨਾ ਅੱਜ ਕੱਲ੍ਹ ਮਾਡਰਨ ਜ਼ਮਾਨਾ, ਓਨੀ ਦੁਨੀਆ ਜ਼ਿਆਦਾ ਦੁਖੀ ਹੈ। ਕੋਈ ਸੜ ਕੇ ਮਰ ਰਿਹਾ, ਕੋਈ ਜ਼ਹਿਰ ਖਾ ਰਿਹਾ, ਕੋਈ ਕਿਸੇ ਦੇ ਮੂੰਹ 'ਤੇ ਤੇਜ਼ਾਬ ਸੁੱਟ ਰਿਹਾ। ਕਾਰਨ ਕੀ ਹੈ? ਵੀ ਜਿੰਨੀ ਸਾਨੂੰ ਆਸ ਸੀ ਉਹ ਸਾਡੀ ਆਸ 'ਤੇ ਪੂਰਾ ਨਹੀਂ ਉਤਰਿਆ। ਅਤੇ ਪਹਿਲਾਂ ਹੀ ਸਮਝ ਕੇ ਰਹੋ ਭਾਈ। ਸੁਖਮਨੀ ਸਾਹਿਬ ਦੇ ਵਿੱਚ ਸਾਹਿਬਾਂ ਦਾ ਬਚਨ, ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨਾ ਆਵੈ ਕੇਹ। ਇਹ ਸਭ ਰਾਹੀ ਨੇ। ਰਸਤੇ ਜਾਂਦਿਆਂ ਨਾਲ ਤੁਸੀਂ ਪ੍ਰੇਮ ਲਾਓਗੇ ਤਾਂ ਦੁਖੀ ਹੋਵੋਗੇ, ਕਿਉਂਕਿ ਉਹਨੇ ਤਾਂ ਆਪਦੇ ਚੌਂਕ ਤੋਂ ਘੁੰਮ ਕੇ ਆਪਦੇ ਰਸਤੇ ਤੁਰ ਜਾਣਾ, ਤੁਹਾਡਾ ਰਸਤਾ ਦੂਜੇ ਪਾਸੇ ਨੂੰ ਹੈ। ਦੁਖੀ ਕਿਉਂ ਹੋਣਾ? ਇੱਕ ਗੁਟਕਾ ਸਾਹਿਬ ਲਓ। ਪੁਰਾਣਾ ਟਾਈਮ ਸੀਗਾ, ਸੁੰਦਰ ਬੇਅੰਤ ਬਾਣੀ ਵਾਲੇ ਗੁਟਕੇ ਹੁੰਦੇ। ਅੱਜ ਕੱਲ੍ਹ ਗੁਟਕਿਆਂ ਵੱਲ ਕੋਈ ਵੇਖਦਾ ਹੀ ਨਹੀਂ, ਪਏ ਨੇ ਬਾਰੀ ਵਿੱਚ। ਤੋ ਜੇ ਬਾਣੀ ਪੜ੍ਹਨੀ ਆ ਤਾਂ ਮੋਬਾਇਲ ਤੋਂ ਹੀ ਪਤਾ ਨਹੀਂ ਲੱਗਦਾ ਵੀ ਵਟਸਐਪ ਚਲਾ ਰਹੇ ਨੇ, ਬਾਣੀ ਪੜ੍ਹ ਰਹੇ ਨੇ। ਨਾ ਬੰਦਾ ਕਹਿਣ ਜੋਗਾ ਵੀ ਉਹਨੂੰ ਬੰਦ ਕਰੋ, ਅਗਲਾ ਕਹਿੰਦਾ ਮੈਂ ਤਾਂ ਪਾਠ ਕਰ ਰਿਹਾ ਜੀ। ਵੈਸੇ ਗੁਰਦੁਆਰੇ ਦੇ ਅੰਦਰ ਸ੍ਰੀ ਗੁਟਕੇ ਸਾਹਿਬ ਤੋਂ ਪਾਠ ਕਰੀਏ ਤਾਂ ਬਹੁਤ ਚੰਗਾ ਹੋਵੇ। ਤੋ ਜੇ ਗੁਟਕੇ ਨਾਲ ਪਿਆਰ ਪਾ ਲਈਏ, ਪੋਥੀਆਂ ਨਾਲ ਪਿਆਰ ਪਾ ਲਈਏ, ਸਤਿਗੁਰੂ ਦੀ ਬਾਣੀ ਨਾਲ ਪਿਆਰ ਪਾ ਲਈਏ ਤਾਂ ਕਿੰਨਾ ਮਨ ਸ਼ਾਂਤ ਹੋਵੇ। ਸੋ ਜਿੰਨਾ ਦੁਨੀਆ ਨਾਲ ਪਾਵਾਂਗੇ ਉਹਨਾਂ ਦੁਨੀਆ ਦੁਖੀ ਕਰੂਗੀ ਅਤੇ ਮਰਨ ਜੋਗਾ ਵੀ ਨਹੀਂ ਛੱਡੂਗੀ। ਅਤੇ ਇਸ ਵਾਸਤੇ ਉੱਥੇ ਲਿਆ ਕੇ ਮਾਰਨਗੇ, ਸੁੱਟਣਗੇ ਜਿੱਥੇ ਕੋਈ ਬਾਤ ਨਾ ਪੁੱਛੇ। ਜੇ ਤੁਸੀਂ ਗੁਰਬਾਣੀ ਨਾਲ ਪ੍ਰੇਮ ਪਾਓਗੇ ਤਾਂ ਸੰਤਾਂ ਮਹਾਂਪੁਰਖਾਂ ਨਾਲ ਤਾਂ ਪਾਤਸ਼ਾਹ ਕਹਿੰਦੇ, ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਭਕਿਆ। ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਮੈਨੂੰ ਤਾਂ ਕੋਈ ਵੀ ਫੇਸਬੁੱਕ 'ਤੇ ਕੋਈ ਮੈਸੇਜ ਕਰੇ ਜਾਂ ਕਾਲਿੰਗ ਕਰੇ, ਅਨਨੋਨ ਪਰਸਨ, ਉਸੇ ਵਾਲੀ ਬਲੌਕ 'ਚ ਪਾ ਦੇਈਦਾ। ਵੀ ਮਤਲਬ ਕੀ ਹੋਇਆ ਅਨਨੋਨ ਪਰਸਨ ਦਾ ਕਾਲ ਕਰਨ ਦਾ? ਅਤੇ ਇਸ ਵਾਸਤੇ ਜਿਹੜਾ ਸਾਨੂੰ ਜਾਣਦਾ ਹੀ ਨਹੀਂ, ਉਹਦੇ ਨਾਲ ਗੱਲ ਕਰਨ ਦਾ ਫਾਇਦਾ ਹੀ ਕੋਈ ਨਹੀਂ, ਮਤਲਬ ਹੀ ਕੋਈ ਨਹੀਂ ਹੈ। ਤਾਂ ਇਸ ਵਾਸਤੇ ਸਭ ਬਿਮਾਰੀਆਂ ਦਾ ਘਰ ਆਹੀ ਕੁਛ ਹੈ ਜੋ ਮਾਡਰਨ ਜ਼ਮਾਨਾ। ਜੇ ਆਪਾਂ ਪੁਰਾਤਨਤਾ ਦੇ ਵਿੱਚ ਆ ਜਾਈਏ, ਸੋ ਪੁਰਾਣੇ ਗੁਰਸਿੱਖ ਸੁਖਮਨੀ ਸਾਹਿਬ ਦਾ ਪਾਠ, ਸੁਖਮਨਾ ਸਾਹਿਬ ਦਾ ਪਾਠ, ਪੰਜ ਬਾਣੀਆਂ ਅਤੇ ਹੋਰ ਸ੍ਰੀ ਸਹਿਜ ਪਾਠ, ਅਤੇ ਅੱਜ ਕੱਲ੍ਹ ਸਾਨੂੰ ਸਮਾਂ ਹੀ ਨਹੀਂ ਮਿਲਦਾ। ਸਤਿਗੁਰੂ ਕਿਰਪਾ ਕਰਨ ਸਾਡਾ ਬਾਣੀ ਨਾਲ ਪ੍ਰੇਮ ਪਵੇ, ਸੰਗਤ ਨਾਲ ਪ੍ਰੇਮ ਪਵੇ। ਸਾਚਾ ਨਾਮ ਮੇਰਾ ਆਧਾਰੋ, ਮੈਂ ਵਿਚਾਰ ਕਰ ਰਿਹਾ ਸੀਗਾ, ਸ਼ਬਦ ਧਰੋ ਪਿਆਰੋ। ਗੁਰਬਾਣੀ ਦੇ ਸ਼ਬਦ ਨਾਲ ਪਿਆਰ ਕਰੋ ਭਾਈ। ਆ ਬਨਾਰਸ ਵਾਲੇ ਰਾਗੀ ਹੁੰਦੇ ਸਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਗੀ ਭਾਈ ਨਰਿੰਦਰ ਸਿੰਘ ਜੀ ਬਨਾਰਸ ਵਾਲੇ। ਉਹਨਾਂ ਨੂੰ ਪਤਾ ਨਹੀਂ ਕਹਿੰਦੇ 600-700 ਸ਼ਬਦ ਯਾਦ ਸੀਗਾ, ਪਤਾ ਨਹੀਂ ਇਹਦੇ ਤੋਂ ਵੀ ਵੱਧ। ਔਰ ਮੈਂ ਉਹਨਾਂ ਨੂੰ ਅੱਖਾਂ ਨਾਲ ਵੇਖਿਆ, ਉਹਨਾਂ ਦਾ ਰਿਕਾਰਡ ਸੀਗਾ, ਸ਼੍ਰੋਮਣੀ ਕਮੇਟੀ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਕਿ ਤੁਸੀਂ ਮੈਨੂੰ ਨੌਕਰੀ ਦਿਓ, ਕੀਰਤਨ ਦੀ ਸੇਵਾ ਦਿਓ, ਅਤੇ ਜਿਹੜਾ ਵੀ ਹੁਕਮਨਾਮਾ ਸਿੰਘ ਸਾਹਿਬ ਲੈਣਗੇ, ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਊਗਾ, ਤੁਰੰਤ ਬਾਅਦ ਮੈਂ ਉਸੇ ਦਾ ਹੀ ਕੀਰਤਨ ਕਰੂੰਗਾ। ਅਤੇ ਉਹਨਾਂ ਦਾ ਰਿਕਾਰਡ ਸੀਗਾ, ਜਦ ਵੀ ਉਹਨਾਂ ਵਾਜੇ 'ਤੇ ਹੱਥ ਰੱਖਣਾ ਅਤੇ ਸਭ ਤੋਂ ਪਹਿਲਾਂ ਕਦੋਂ ਮਰਜ਼ੀ ਡਿਊਟੀ ਹੋਣੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੋਏ ਸ੍ਰੀ ਮੁੱਖ ਵਾਗ ਦਾ ਕੀਰਤਨ ਕਰਨਾ। ਅਤੇ ਮੈਂ ਵੇਖਿਆ ਸੀ ਉਂਗਲਾਂ ਦੇ ਪੋਟਿਆਂ ਦੇ ਕਈ ਵਾਰ ਸਿੰਘ ਸਾਹਿਬ ਹੁਕਮਨਾਮਾ ਲੈਂਦੇ ਹੁੰਦੇ, ਉਹਨਾਂ ਪੋਟਿਆਂ ਦੇ ਗਿਣ ਗਿਣ ਕੇ ਪੰਕਤੀਆਂ ਯਾਦ ਕਰ ਲੈਣੀਆਂ ਨਾਲੋਂ ਨਾਲ ਹੀ, ਅਤੇ ਬਹਿੰਦਿਆਂ ਸਾਰੀ ਸਮਾਪਤੀ 'ਤੇ ਜਦ ਹੁਕਮਨਾਮਾ ਫਤਿਹ ਬੁਲਾਉਣੀ, ਉਸੇ ਦਾ ਹੀ ਕੀਰਤਨ ਕਰ ਦੇਣਾ, ਕਿਉਂਕਿ ਬਾਣੀ ਨਾਲ ਪ੍ਰੇਮ ਸੀਗਾ। ਗਿਆਨੀ ਮੋਹਨ ਸਿੰਘ ਸਾਹਿਬ ਹੁਕਮਨਾਮਿਆਂ ਲੈਣ ਤੋਂ ਪਹਿਲਾਂ ਇੰਨੇ ਪ੍ਰਮਾਣ ਦਿੰਦੇ ਹੁਕਮਨਾਮੇ ਦੇ ਪ੍ਰਥਾਏ ਵੀ ਉਹ ਬਾਣੀ ਦੀ ਕਥਾ ਹੀ ਕਰ ਦਿੰਦੇ। ਤੋ ਸਾਨੂੰ ਜਪਜੀ ਸਾਹਿਬ ਯਾਦ ਕਰਨਾ ਔਖਾ ਹੋਇਆ ਪਿਆ। ਪਾਤਸ਼ਾਹ ਕਹਿੰਦੇ ਭਾਈ ਸ਼ਬਦ ਧਰੋ ਪਿਆਰੋ, ਗੁਰਬਾਣੀ ਦੇ ਸ਼ਬਦ ਦੇ ਨਾਲ ਪਿਆਰ ਪਾਵੋ, ਬਾਣੀ ਦੇ ਸ਼ਬਦਾਂ ਨੂੰ ਕੰਠ ਕਰੋ, ਕੀਰਤਨ ਸਿੱਖੋ,
ਕੋਈ ਬਾਣੀ ਦੇ ਅਰਥਾਂ ਨੂੰ ਮਨ ਦੇ ਵਿੱਚ ਵਸਾਵੋ। ਸਾਚਾ ਨਾਮ ਮੇਰਾ ਆਧਾਰੋ। ਜਪਜੀ ਸਾਹਿਬ ਦਾ ਪਾਠ ਹਰੇਕ ਗੁਰਸਿੱਖ ਮਾਈ ਭਾਈ ਨੂੰ ਜ਼ਬਾਨੀ ਯਾਦ ਹੋਣਾ ਚਾਹੀਦਾ। ਨਹੀਂ ਹੋਇਆ ਤਾਂ ਸਾਡੇ ਵਿੱਚ ਘਾਟ ਹੈ ਵੀ ਆਪਾਂ ਉਹਨੂੰ ਪਿਆਰ ਨਾਲ ਨਹੀਂ ਪੜ੍ਹਿਆ। ਜਿਹੜੀ ਬਾਣੀ ਪਿਆਰ ਨਾਲ ਪੜ੍ਹੋਗੇ, ਭਾਵੇਂ ਜਾਪ ਸਾਹਿਬ ਵੀ ਹੈ, ਉਹ ਵੀ ਤੁਹਾਨੂੰ ਯਾਦ ਹੋ ਜਾਊਗੀ। ਤੋ ਇਸ ਵਾਸਤੇ ਰਹਿ ਰਸ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਅਨਪੜ੍ਹ ਬੀਬੀਆਂ ਨੂੰ ਮੈਂ ਯਾਦ ਹੋਇਆ ਵੇਖਿਆ। ਤੋ ਮਹਾਰਾਜ ਦਾ ਸੱਚਾ ਨਾਮ ਹੀ ਸਾਡਾ ਤਾਂ ਲੋਕ ਪਰਲੋਕ ਵਿੱਚ ਆਸਰਾ ਰੂਪ ਹੈ। ਤੁਸੀਂ ਵੀ ਪ੍ਰਭੂ ਦੇ ਸੱਚੇ ਨਾਮ ਦਾ ਭਾਈ ਆਸਰਾ ਲੈਣਾ ਕਰੋ, ਗੁਰਬਾਣੀ ਨਾਲ ਜੁੜੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਪਰਮੇਸ਼ਰ ਦਾ, ਉਸ ਵਾਹਿਗੁਰੂ ਦਾ ਜੋ ਸ੍ਰੇਸ਼ਟ ਭਾਗਾਂ ਵਾਲਾ ਇਹ ਸਤਸੰਗਤ ਰੂਪੀ ਘਰ ਹੈ, ਉੱਥੇ ਪੰਜ ਸ਼ਬਦ ਵੱਜ ਰਹੇ ਨੇ। ਸਰੰਗੀ ਵੱਜ ਰਹੀ ਹੈ, ਜੋੜੀ ਵੱਜ ਰਹੀ ਹੈ, ਰਬਾਬ ਆਦਿਕ ਦੇ ਨਾਲ ਮਿਲ ਕੇ ਕੀਰਤਨ ਰੂਪ ਦੇ ਵਿੱਚ ਸ਼ਬਦ ਵੱਜ ਰਹੇ ਹਨ, ਭਾਵ ਗਾਏ ਜਾਂਦੇ ਹਨ। ਇਸੇ ਪ੍ਰਕਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਤਿਤ ਉਸ ਸ੍ਰੇਸ਼ਟ ਭਾਗਾਂ ਵਾਲੇ ਅੰਤਿਕਰ ਰੂਪੀ ਘਰ ਵਿੱਚ ਪੰਜ ਸ਼ਬਦ ਕਿਹੜੇ? ਸਤ, ਸੰਤੋਖ, ਦਇਆ, ਧਰਮ, ਵਿਚਾਰ ਰੂਪ ਇਹ ਵਾਜੇ ਵਜਾਉਂਦੇ ਹਨ। ਇਸੇ ਪ੍ਰਕਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਸ੍ਰੇਸ਼ਟ ਭਾਗਾਂ ਵਾਲਿਆਂ ਦੇ ਹਿਰਦੇ ਰੂਪੀ ਘਰ ਵਿੱਚ ਪੰਜ ਚੇਤਨ ਸ਼ਬਦ ਬ੍ਰਹਮ ਵਾਜੇ ਪ੍ਰਗਟ ਹੋ ਆਉਂਦਾ ਹੈ। ਘਰ ਸੁਭਾਗੈ ਸ਼ਬਦ ਵਾਜੇ। ਸਤ ਸੰਗਤ ਰੂਪ ਸੁਭਾਗੇ ਘਰ ਵਿੱਚ ਨਾਮ ਰੂਪ ਸ਼ਬਦ ਦੇ ਵਾਜੇ ਵੱਜ ਰਹੇ ਹਨ। ਕਾਲਾ ਜਿਤ ਕਰ ਧਾਰੀਆ। ਜਿਸ ਸਤਸੰਗਤ ਰੂਪੀ ਘਰ ਵਿੱਚ ਪਰਮੇਸ਼ਰ ਨੇ ਆਪਣੀ ਸ਼ਕਤੀ ਧਾਰੀ ਹੋਈ ਹੈ। ਇਸੇ ਪ੍ਰਕਾਰ ਘਰ ਸੁਭਾਗੈ ਸ਼ਬਦ ਵਾਜੇ। ਉਸ ਸ੍ਰੇਸ਼ਟ ਭਾਗਾਂ ਵਾਲੇ ਦੇ ਹਿਰਦੇ ਰੂਪ ਘਰ ਵਿੱਚ ਇੱਕ ਰਸ ਅਜਪਾ ਜਾਪ ਰੂਪ ਸ਼ਬਦ ਦੇ ਵਾਜੇ ਵਾਜਾਏ ਹਨ, ਜਾਂ ਨਾਮ ਭਗਤੀ ਰੂਪ ਸੁੰਦਰ ਵਾਜੇ ਵਾਜਾਏ ਹਨ। ਕਾਲਾ ਜਿਤ ਘਰ ਧਾਰੀਆ। ਜਿਸ ਦੇ ਹਿਰਦੇ ਰੂਪ ਘਰ ਵਿੱਚ ਪਰਮੇਸ਼ਰ ਨੇ ਆਪਣੀ ਵਿਸ਼ੇਸ਼ ਸ਼ਕਤੀ ਧਾਰਨ ਕੀਤੀ ਹੋਈ ਹੈ। ਪੰਜ ਦੂਤ ਉਦਵਾਸ ਕੀਤੇ। ਇਹ ਪਰਮੇਸ਼ਰ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਉਹਨਾਂ ਦੇ ਤੂੰ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪ ਦੂਤ ਅਧੀਨ ਕੀਤੇ ਹਨ। ਕਾਲ ਕੰਟਕ ਮਾਰਿਆ। ਅਤੇ ਕੰਡੇ ਦੀ ਤਰ੍ਹਾਂ ਦੁਖਦਾਈ ਕਾਲ ਵੀ ਮਾਰ ਦਿੱਤਾ। ਜਾਂ ਦੁਖਦਾਈ ਕਾਲ ਸੀ, ਉਹਨਾਂ ਪੁਰਖਾਂ ਨੇ ਤੇਰੀ ਕਿਰਪਾ ਸਦਕਾ ਮਾਰ ਲਿਆ ਹੈ। ਤੁਰ ਕਰਮ ਪਾਇਆ ਤੁਧ ਜਿਨ ਕਉ। ਇਹ ਪਰਮੇਸ਼ਰ ਜਿਨ੍ਹਾਂ ਦੇ ਮੱਥੇ ਤੇ ਤੂੰ ਆਦਿ ਤੋਂ ਨਿਸ਼ਕਾਮ ਕਰਮਾਂ ਦਾ ਲੇਖ ਲਿਖ ਕੇ ਪਾਇਆ ਹੈ। ਸੇ ਨਾਮ ਹਰ ਕੈ ਲਾਗੇ। ਉਹੀ ਪੁਰਖ ਤੇਰੇ ਹਰੀ ਨਾਮ ਦੇ ਜਪਣ ਵਿੱਚ ਲੱਗੇ ਹੋਏ ਹਨ। ਕਹਿ ਨਾਨਕ ਤਹ ਸੁਖ ਹੋਆ। ਸਤਿਗੁਰੂ ਜੀ ਕਹਿੰਦੇ, ਕਥਨ ਕਰਦੇ ਕਿ ਤੈ ਉਸ ਦੇ ਹਿਰਦੇ ਵਿੱਚ ਸੁਖ ਆਨੰਦ ਪ੍ਰਾਪਤ ਹੋਇਆ ਹੈ। ਤਿਤ ਘਰ ਅਨਹਦ ਵਾਜੇ। ਅਤੇ ਤਿਸ ਉਸ ਦੇ ਹਿਰਦੇ ਰੂਪੀ ਘਰ ਵਿੱਚ ਅਨਹਦ, ਹੱਦ ਤੋਂ ਰਹਿਤ ਇੱਕ ਰਸ ਸਤਨਾਮ ਸ੍ਰੀ ਵਾਹਿਗੁਰੂ ਰੂਪ ਵਾਜੇ ਵਾਜਾਏ ਨੇ। ਅਜੱਪਾ ਜਾਪ ਨਾ ਵੀਸਰੈ, ਆਦਿ ਜੁਗਾਦ ਸਮਾਏ। ਜਾਂ ਉਸ ਦੇ ਹਿਰਦੇ ਰੂਪ ਘਰ ਵਿੱਚ ਇੱਕ ਰਸ ਪਰਮੇਸ਼ਰ ਦੇ ਨਾਮ ਦਾ ਉਚਾਰਨ ਹੁੰਦਾ ਹੈ। ਇੱਥੇ ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਸੰਪੂਰਨ ਹੋਈਆਂ ਹਨ। ਵਿਚਾਰ ਕਰਦਿਆਂ 10 ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ, ਕਿਰਪਾ ਕਰਕੇ ਮਾਫ ਕਰੋ ਜੀ। ਅੱਗੇ ਤੋਂ ਸਮਤ ਬਖਸ਼ੋ। ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ।
ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ